ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆਂ ਚੌਤੁਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ। ਮੜੈ ਮਸਾਣ ਨਾ ਜਾਈ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ। ਤ੍ਰਿਸ਼ਨਾ ਨਾਮ ਬੁਝਾਈ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ। ਮੜੈ ਮਸਾਣ ਨਾ ਜਾਈ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ। ਤ੍ਰਿਸ਼ਨਾ ਨਾਮ ਬੁਝਾਈ। ਘਰ ਭੀਤਰ ਘਰ ਗੁਰੂ ਦਿਖਾਇਆ। ਸਹਿਜ ਰਤੇ ਮਨ ਭਾਈ। ਤੂੰ ਆਪੇ ਦਾਨਾ ਆਪੇ ਬੀਨਾ। ਤੂੰ ਦੇਵਹਿ ਮਤ ਸਾਈ। ਘਰ ਭੀਤਰ ਘਰ ਗੁਰੂ ਦਿਖਾਇਆ। ਸਹਿਜ ਰਤੇ ਮਨ ਭਾਈ। ਤੂੰ ਆਪੇ ਦਾਨਾ ਆਪੇ ਬੀਨਾ। ਤੂੰ ਦੇਵਹਿ ਮਤ ਸਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰੂ ਪਿਆਰੇ ਸਤ ਸੰਗੀ ਦੂਰੋਂ ਨੇੜਿਓਂ ਚੱਲ ਕਰਕੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਅਤੇ ਪਾਵਨ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋਏ ਹੋ। ਸਭਨਾਂ ਨੂੰ ਭਲੀ ਪ੍ਰਕਾਰ ਇਹ ਵਿਦਿਤ ਹੈ ਕਿ ਜਿੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ ਹਨ। ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਹੋਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ
ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼ਰਵਣ ਕਰਦੇ ਹਾਂ। ਜੋ ਅੱਜ ਦਾ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜਿਹੜਾ ਮਹਾਨ ਦਿਹਾੜਾ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਕਰਨ ਦਾ, ਦਸ਼ਮੇਸ਼ ਪਿਤਾ ਸਰਬੰਸ ਦਾਨੀ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਜਗਤ ਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਸਾਡੇ ਪਰਮ ਪੂਜਨੀਕ ਮਾਤਾ ਗੁਜਰ ਕੌਰ ਸਾਹਿਬ ਜੀ ਦਾ ਇਹ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੇ ਜਗਤ ਦੇ ਅੰਦਰ ਜਿੱਥੇ ਵੀ ਭਾਵਨਾ ਵਾਲੀਆਂ ਸੰਗਤਾਂ ਜੁੜ ਬੈਠੀਆਂ ਨੇ, ਵੱਖੋ ਵੱਖਰੇ ਢੰਗ ਦੇ ਨਾਲ ਉਹ ਮਨਾ ਰਹੀਆਂ ਹਨ। ਕੋਈ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਦੇ ਦੁਆਰਾ ਸ਼ਹੀਦਾਂ ਨੂੰ ਯਾਦ ਕਰਦਾ, ਕੋਈ ਸੁਖਮਣੀ ਸਾਹਿਬ ਦੇ ਪਾਠ ਕਰ ਰਿਹਾ ਘਰਾਂ ਵਿੱਚ ਬੈਠ ਕਰਕੇ, ਗੁਰਦੁਆਰਿਆਂ ਵਿੱਚ ਇਕੱਤਰ ਹੋ ਕਰਕੇ, ਕੋਈ ਕੀਰਤਨ ਦੇ ਦੁਆਰਾ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ। ਕਹਿਣ ਤੋਂ ਭਾਵ ਕਿ ਸ਼ਹੀਦਾਂ ਦਾ ਜਿਹੜਾ ਪਾਵਨ ਅੱਜ ਦਾ 13 ਪੋਹ ਦਾ ਦਿਹਾੜਾ ਹੈ, ਇਸ ਇਤਿਹਾਸ ਨੂੰ ਸੁਣ ਕਰਕੇ ਸਾਡੇ ਰੋਮ ਰੋਮ ਖੜੇ ਹੋ ਜਾਂਦੇ ਹਨ। ਕਈ ਰੋਜ਼ ਤੋਂ ਲੈ ਕਰਕੇ ਵੱਖੋ ਵੱਖਰੇ ਵਿਦਵਾਨਾਂ ਦੀ ਪਾਵਨ ਰਸਨਾ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਆਪ ਜੀ ਬਚਨ ਸ਼ਰਵਣ ਕਰਦੇ ਆ ਰਹੇ ਹੋ। ਸੋ ਸਾਧ ਸੰਗਤ ਜਿਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਾਲਾਂ ਨੂੰ ਗੰਗੂ ਬ੍ਰਾਹਮਣ ਨੇ ਆਪਣੇ ਘਰ ਖੇੜੀ ਸਹੇੜੀ ਪਿੰਡ ਦੇ ਵਿੱਚੋਂ ਮੋਰਿੰਡੇ ਦੇ ਕੋਤਵਾਲ ਕੋਲ ਜਾ ਕਰਕੇ ਇਤਲਾਹ ਦਿੱਤੀ ਹੈ, ਜਾਨੀ ਖਾਂ ਤੇ ਮਾਨੀ ਖਾਂ ਦੋਵੇਂ ਥਾਣੇਦਾਰ ਸਾਹਿਬਜ਼ਾਦਿਆਂ ਨੂੰ ਖੇੜੀ ਪਿੰਡ ਵਿੱਚੋਂ ਮਾਤਾ ਗੁਜਰ ਕੌਰ ਜੀ ਸਮੇਤ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਪਹੁੰਚੇ ਹਨ। ਇੱਕ ਰਾਤ ਦਾ ਸਮਾਂ ਮੋਰਿੰਡੇ ਕੋਤਵਾਲੀ ਵਿੱਚ ਮਾਤਾ ਜੀ ਸਾਹਿਬਜ਼ਾਦਿਆਂ ਨੇ ਬਸਰ ਕੀਤਾ। ਦੂਸਰੇ ਦਿਨ ਉੱਥੋਂ ਫਿਰ ਗੱਡਿਆਂ ਤੇ ਸਵਾਰ ਕਰਕੇ ਸਖਤ ਪਹਿਰੇ ਦੇ ਹੇਠਾਂ ਸਰਹੰਦ ਦੀ ਧਰਤੀ ਤੇ ਵਜੀਦ ਖਾਂ ਸੂਬੇ ਦੀ ਕਚਹਿਰੀ ਵੱਲ ਨੂੰ ਇਹ ਸਿਪਾਹੀ ਲੈ ਤੁਰੇ ਹਨ। ਸ਼ਾਮ ਦੇ ਵਕਤ ਜਦੋਂ ਸਰਹੰਦ ਦੀ ਧਰਤੀ ਤੇ ਲਾਲ ਪਹੁੰਚਦੇ ਨੇ ਤਾਂ ਉਸ ਦਿਨ ਵਜੀਦ ਖਾਨ ਨੇ ਕਹਿ ਦਿੱਤਾ ਕਿ ਅੱਜ ਦੀ ਰਾਤ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਜਾਵੇ, ਕੱਲ ਨੂੰ ਕਚਹਿਰੀ ਵਿੱਚ ਲਾਲਾਂ ਨੂੰ ਪੇਸ਼ ਕੀਤਾ ਜਾਵੇ। ਸਰੀਰ ਦੇ ਉੱਪਰ ਕੋਈ ਬਹੁਤੇ ਗਰਮ ਕੱਪੜੇ ਵੀ ਨਹੀਂ, ਰਜਾਈਆਂ ਕੰਬਲਾਂ ਦਾ ਕੋਈ ਨਿੱਘ ਵੀ ਨਹੀਂ ਹੈ। ਆਪਣੀ ਗੋਦ ਵਿੱਚ ਸੱਜੇ ਗੋਡੇ ਤੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੂੰ, ਖੱਬੇ ਗੋਡੇ ਤੇ ਮਾਤਾ ਗੁਜਰ ਕੌਰ ਜੀ ਨੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਬਿਠਾਇਆ। ਗਲਵੱਕੜੀ ਵਿੱਚ ਲੈ ਕੇ ਗੋਦ ਦਾ ਨਿੱਘ ਦਿੰਦੇ ਨੇ। ਰਹਿਰਾਜ ਸਾਹਿਬ ਜੀ ਦੇ ਪਾਠ ਤਿੰਨਾਂ ਨੇ ਮਿਲ ਕਰਕੇ ਕੀਤੇ। ਸੋਹਲੇ ਦੀ ਬਾਣੀ ਦੇ ਜਾਪ ਕੀਤੇ, ਸਿਮਰਨ ਕਰਦੇ ਨੇ। ਸਾਰੀ ਰਾਤ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਵਿਥਿਆ ਸੁਣਾਉਂਦੇ ਰਹੇ, ਲਾਲਾਂ ਨੂੰ ਸਿੱਖਿਆ ਦਿੰਦੇ ਰਹੇ। ਇਹ ਜ਼ਾਲਮ ਕੁਝ ਵੀ ਕਿਉਂ ਨਾ ਕਰਨ, ਆਪਣਾ ਧਰਮ ਨਹੀਂ ਕਦੇ ਛੱਡਣਾ ਹੈ। ਗੁਰਬਾਣੀ ਦਾ ਅਟਲ ਜਿਹੜਾ ਹੁਕਮ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ।
ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸਿੱਖਿਆ ਦਿੰਦਿਆਂ ਸਾਰੀ ਰਾਤ ਵਸਰ ਕੀਤੀ। 11 ਪੋਹ ਦਾ ਸਾਧ ਸੰਗਤ ਜੀ ਦਿਨ ਚੜ੍ਹਦਾ ਤੇ ਸਿਪਾਹੀ ਜਿਹੜੇ ਨੇ ਲੈਣ ਵਾਸਤੇ ਆਉਂਦੇ ਮਾਤਾ ਜੀ ਦੇ ਕੋਲੋਂ ਸਾਹਿਬਜ਼ਾਦਿਆਂ ਨੂੰ। ਸਿਪਾਹੀਆਂ ਨੇ ਆ ਕੇ ਕਿਹਾ, ਮਾਤਾ ਤੇਰੇ ਲਾਲਾਂ ਨੂੰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ। ਮਾਤਾ ਜੀ ਨੇ ਕਿਹਾ ਸੀ ਕਿ ਮੈਂ ਵੀ ਲਾਲਾਂ ਦੇ ਨਾਲ ਜਾਵਾਂਗੀ। ਕਹਿੰਦੇ, ਮਾਤਾ ਤੈਨੂੰ ਨਹੀਂ ਬੁਲਾਇਆ, ਇਕੱਲੇ ਸਾਹਿਬਜ਼ਾਦੇ ਲਾਲ ਕਚਹਿਰੀ ਵਿੱਚ ਜਾਣਗੇ। ਮਾਤਾ ਜੀ ਨੇ ਹੱਥੀਂ ਲਾਲਾਂ ਨੂੰ ਤਿਆਰ ਕਰਕੇ ਸ਼ੁਭ ਸਿੱਖਿਆ ਦੇ ਕਰਕੇ ਕਚਹਿਰੀ ਵੱਲ ਨੂੰ ਤੋਰਿਆ ਤੇ ਆਪ ਮਾਤਾ ਜੀ ਅਰਦਾਸ ਵਿੱਚ ਜੁੜੇ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਬੱਚਿਆਂ ਦੇ ਅੰਗ ਸੰਗ ਸਹਾਈ ਹੋ ਕੇ ਵਰਤਣਾ। ਲਾਲ ਕਿਤੇ ਥਿੜਕ ਨਾ ਜਾਣ, ਕੋਈ ਪ੍ਰਭਾਵ ਨਾ ਕਿਸੇ ਦਾ ਕਬੂਲ ਕਰ ਲੈਣ। ਸਤਿਗੁਰੂ ਪਾਤਸ਼ਾਹ ਦੇ ਮਾਤਾ ਜੀ ਅਰਦਾਸ ਵਿੱਚ ਜੁਟੇ ਨੇ। ਇਧਰ ਲਾਲਾਂ ਨੂੰ ਸਿਪਾਹੀ ਕਚਹਿਰੀ ਵੱਲ ਨੂੰ ਲੈ ਤੁਰੇ ਨੇ। ਰਸਤੇ ਵਿੱਚ ਸਿੱਖਿਆ ਦਿੰਦੇ ਨੇ ਸਿਪਾਹੀ ਕਿ ਬੱਚਿਓ ਬੜੇ ਛੋਟੇ ਹੋ, ਬੜੇ ਪਿਆਰੇ ਲੱਗਦੇ ਹੋ। ਜਦੋਂ ਵਜੀਦ ਖਾਂ ਦੀ ਕਚਹਿਰੀ ਵਿੱਚ ਜਾਵੋਗੇ ਉੱਥੇ ਸਲਾਮ ਕਰਿਓ, ਝੁਕ ਕਰਕੇ ਸਜਦਾ ਕਰਿਓ, ਤੁਹਾਡੀਆਂ ਜ਼ਿੰਦਗੀਆਂ ਬਖਸ਼ੀਆਂ ਜਾਣਗੀਆਂ। ਸਾਹਿਬਜ਼ਾਦੇ ਆਪਸ ਵਿੱਚ ਵਿਚਾਰਾਂ ਕਰਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਕਹਿੰਦੇ ਨੇ, ਵੀਰ ਜਦੋਂ ਕਚਹਿਰੀ ਵਿੱਚ ਜਾਵਾਂਗੇ ਸਲਾਮ ਨਹੀਂ ਕਰਨੀ, ਉੱਥੇ ਤਾਂ ਗੁਰੂ ਕਲਗੀਧਰ ਪਿਤਾ ਦੀ ਬਖਸ਼ੀ ਫਤਿਹ ਬੁਲਾਵਾਂਗੇ। ਆਪਸ ਵਿੱਚ ਦੋਵੇਂ ਵੀਰ ਕਹਿੰਦੇ, ਜੇ ਫਤਿਹ ਦਾ ਜਵਾਬ ਨਾ ਕਿਸੇ ਨੇ ਦਿੱਤਾ ਨਰਾਦਰੀ ਹੋ ਜਾਵੇਗੀ। ਬਾਬਾ ਫਤਿਹ ਸਿੰਘ ਜੀ ਕਹਿੰਦੇ ਬਾਬਾ ਜੋਰਾਵਰ ਸਿੰਘ ਜੀ ਨੂੰ, ਵੀਰ ਮੈਂ ਤੇਰੇ ਮੂੰਹ ਵੱਲ ਮੂੰਹ ਕਰਕੇ ਫਤਿਹ ਦਾ ਜਵਾਬ ਦੇਵਾਂਗਾ ਤੇ ਫਤਿਹ ਦਾ ਨਰਾਦਰ ਨਹੀਂ ਹੋਣ ਦਿਆਂਗੇ। ਜਦੋਂ ਕਚਹਿਰੀ ਦੇ ਦਰਵਾਜ਼ੇ ਤੇ ਪਹੁੰਚੇ ਨੇ, ਵੱਡਾ ਦਰਵਾਜ਼ਾ ਬੰਦ ਕੀਤਾ ਹੋਇਆ। ਛੋਟੀ ਇੱਕ ਮੋਰੀ ਜਿਹੜੀ ਤਾਕੀ ਹੈ ਦਰਵਾਜ਼ੇ ਵਿੱਚੋਂ ਛੋਟੀ ਜੀ ਖੋਲੀ ਗਈ। ਫਿਰ ਸਾਹਿਬਜ਼ਾਦੇ ਉੱਥੇ ਰੁਕ ਗਏ। ਆਪਸ ਵਿੱਚ ਸਲਾਹ ਕਰਦੇ ਪੁੱਛਦੇ ਨੇ, ਇਹਦਾ ਕਾਰਨ ਕੀ ਹੈ? ਬਿਨਾਂ ਕਾਰਨ ਤੋਂ ਵੱਡਾ ਦਰਵਾਜ਼ਾ ਬੰਦ ਨਹੀਂ ਹੋ ਸਕਦਾ। ਤਾਂ ਦੋਹਾਂ ਨੇ ਵਿਚਾਰ ਕੀਤੀ, ਮਨ ਦੇ ਅੰਦਰ ਇਹ ਜ਼ਾਲਮ ਬੜੀਆਂ ਸਿਆਸਤਾਂ ਰਚਦੇ ਨੇ, ਸਾਨੂੰ ਝੁਕਾਉਣਾ ਚਾਹੁੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ। ਤਾਂ ਦਰਵਾਜ਼ਾ ਬੰਦ ਕੀਤਾ ਕਿ ਜਦੋਂ ਸਿਰ ਝੁਕਾਉਣਗੇ ਆਟੋਮੈਟਿਕ ਹੀ ਸਲਾਮ ਹੋ ਜਾਵੇਗੀ। ਵਜੀਦ ਖਾਨ ਨੂੰ, ਸੂਬੇਦਾਰ ਨੂੰ ਕਦਾਚਿਤ ਕੋਈ ਸਲਾਮ ਨਹੀਂ ਕਰਨੀ ਹੈ। ਤਾਂ ਦੋਹਾਂ ਲਾਲਾਂ ਨੇ ਉਸ ਵੇਲੇ ਸਾਧ ਸੰਗਤ ਆਪਣੇ ਪਾਵਨ ਪਵਿੱਤਰ ਚਰਨ ਜੋੜਿਆਂ ਦੇ ਸਮੇਤ ਜਦੋਂ ਅੰਦਰ ਕੀਤੇ, ਵਜੀਦ ਖਾਨ ਦਾ ਮੂੰਹ ਟੱਡਿਆ ਰਹਿ ਗਿਆ। ਸੁੱਚਾ ਆਨੰਦ ਜਿਹੜਾ ਝੂਠਾ ਆਨੰਦ ਸੀ, ਇਹਦੀਆਂ ਅੱਖਾਂ ਖੁੱਲੀਆਂ ਟੱਡੀਆਂ ਰਹਿ ਗਈਆਂ। ਦੰਗ ਰਹਿ ਗਏ ਕਿ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਅਸੀਂ ਝੁਕਾਉਣਾ ਚਾਹੁੰਦੇ ਸੀ, ਇਹਨਾਂ ਨੇ ਸੂਬੇਦਾਰ ਨੂੰ ਚਰਨਾਂ ਦੀਆਂ ਜੁੱਤੀਆਂ ਵਿਖਾਈਆਂ ਨੇ। ਜਦੋਂ ਕਚਹਿਰੀ ਦੇ ਅੰਦਰ ਦਾਖਲ ਹੋਏ, ਦੋਹਾਂ ਨੇ ਗੱਜ ਕਰਕੇ ਇੱਕ ਦੂਸਰੇ ਵੱਲ ਮੁਖੜਾ ਕਰਕੇ ਫਤਿਹ ਬੁਲਾਈ ਤੇ ਇਹਨਾਂ ਦੀ ਸਾਧ ਸੰਗਤ ਜੀ ਹਿਰਦੇ ਈਰਖਾ ਦੇ ਭਰੇ ਹੋਇਆਂ ਦੇ ਸੜ ਗਏ ਸਨ। ਬੜੇ ਪਿਆਰ ਭਰੇ ਸ਼ਬਦਾਂ ਦੇ ਵਿੱਚ ਕਹਿਣ ਲੱਗੇ, ਬੱਚਿਓ ਬੜੇ ਪਿਆਰੇ ਲੱਗਦੇ ਹੋ, ਤੁਹਾਡੀਆਂ ਜਿੰਦਾਂ ਬੜੀਆਂ ਕੋਮਲ ਹਨ, ਜ਼ਿੰਦਗੀ ਦੇ ਤਮਾਮ ਸੁੱਖ ਤੁਸੀਂ ਵੇਖਣੇ ਭੋਗਣੇ ਹਨ। ਇਸ ਤਰ੍ਹਾਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰ ਦਿੱਤਾ ਔਰੰਗਜ਼ੇਬ ਦੀ ਸੈਨਾ ਨੇ। ਉਹਨਾਂ ਦਾ ਸੀਸ ਕੱਟ ਕਰਕੇ ਦਿੱਲੀ ਔਰੰਗਜ਼ੇਬ ਦੇ ਕੋਲ ਭੇਜਿਆ ਗਿਆ। ਤੁਹਾਡੇ ਵੱਡੇ ਵੀਰ ਬਾਬਾ ਅਜੀਤ ਸਿੰਘ ਸਾਹਿਬ, ਜੁਝਾਰ ਸਿੰਘ ਜੀ ਦੋਵੇਂ ਸ਼ਹੀਦ ਹੋ ਗਏ। 5 ਪਿਆਰੇ ਸ਼ਹੀਦੀਆਂ ਪਾ ਗਏ, ਤਮਾਮ ਸਿੰਘ ਸ਼ਹੀਦ ਹੋ ਗਏ ਨੇ। ਤੁਹਾਡਾ ਕੋਈ ਰਾਖੀ ਕਰਨ ਵਾਲਾ ਨਹੀਂ ਰਿਹਾ। ਤਾਂ ਸਾਹਿਬਜ਼ਾਦਿਆਂ ਉਸ ਵੇਲੇ ਬਚਨ ਕਹੇ ਸੀ, ਸੂਬੇਦਾਰ ਪਰਮਾਤਮਾ ਨੇ ਕਿਹੜੇ ਬੰਦੇ ਦੇ ਸਿਰ ਜਿਹੜੇ ਨੇ 2 ਤਰ੍ਹਾਂ ਦੇ 2 ਧੜ ਤੇ ਸਿਰ ਲਾਏ ਨੇ, ਜਿਹੜਾ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਸੀਸ ਕੱਟ ਲਵੇ। ਅਸਮਾਨ ਵੱਲ ਮੂੰਹ ਕਰਕੇ ਥੁੱਕਾਂਗੇ, ਆਪਣੇ ਮੂੰਹ ਤੇ ਥੁੱਕਾਂ ਪੈਂਦੀਆਂ। ਅਸਮਾਨ ਵੱਲ ਤੀਰ ਮਾਰਾਂਗੇ, ਆਪਣੇ ਹੀ ਆ ਕਰਕੇ ਵੱਜਦੇ ਨੇ। ਇਸ ਤਰ੍ਹਾਂ ਦੇ ਮਤਾਂ ਤੁਸੀਂ ਕੋਈ ਬੋਲ ਕਹੋ, ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ। ਕੋਈ ਦੁਨੀਆ ਵਿੱਚ ਨਹੀਂ ਜੰਮਿਆ ਜੋ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਹੀਦ ਕਰ ਦੇਵੇ।
ਤਾਂ ਉਸ ਵੇਲੇ ਫਿਰ ਇਹਨਾਂ ਨੇ ਕਿਹਾ ਸੀ, ਕਹਿੰਦੇ ਸੁੰਨ ਤਾਂ ਕਰਵਾਓ ਤੇ ਨਾਲ ਕੇਸ ਕਤਲ ਕਰਵਾ ਕੇ ਸਾਡੇ ਇਸਲਾਮ ਧਰਮ ਨੂੰ ਕਬੂਲ ਕਰੋ, ਕਲਮਾ ਪੜੋ। ਤਾਂ ਸਾਹਿਬਜ਼ਾਦਿਆਂ ਕਹਿ ਦਿੱਤਾ ਸੀ ਕਿ ਸਾਡਾ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਹੈ ਚਲਿਆ ਜਾਣ ਦਿਓ, ਇਹ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਨੂੰ ਪੂਰਨੇ ਪਾ ਕੇ ਸਿਖਾਇਆ ਹੈ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹਾਂ, ਗੁਰੂ ਗੋਬਿੰਦ ਸਿੰਘ ਅੰਮ੍ਰਿਤ ਕੇ ਦਾਤੇ ਸਤਿਗੁਰੂ ਦੇ ਪੁੱਤਰ ਹਾਂ, ਮਾਤਾ ਗੁਜਰ ਕੌਰ ਜੀ ਦੇ ਪੋਤਰੇ ਹਾਂ, ਕਦਾਚਿਤ ਆਪਣਾ ਧਰਮ ਨਹੀਂ ਛੱਡਾਂਗੇ। ਐਸੇ ਬੋਲ ਸਾਹਿਬਜ਼ਾਦਿਆਂ ਦੇ ਜਦੋਂ ਸੁਣੇ ਤੇ ਸੂਬੇ ਨੇ ਕਹਿ ਦਿੱਤਾ ਸੀ, ਅੱਜ ਦਾ ਦਿਨ ਵਾਪਸ ਇਹਨਾਂ ਨੂੰ ਮਾਤਾ ਦੇ ਕੋਲ ਭੇਜ ਦਿੱਤਾ ਜਾਵੇ। 11 ਪੋਹ ਦੀ ਪੇਸ਼ੀ ਹੋਈ, ਮਾਤਾ ਜੀ ਦੇ ਕੋਲ ਵਾਪਸ ਸਾਹਿਬਜ਼ਾਦੇ ਸ਼ਾਮ ਨੂੰ ਪੁੱਜੇ ਹਨ ਤੇ ਸਾਰੀ ਵਿਥਿਆ ਮਾਤਾ ਜੀ ਨੇ ਸੁਣੀ ਹੈ। ਫਿਰ ਬਾਣੀ ਦੇ ਜਾਪ ਕੀਤੇ, ਸ਼ਹੀਦਾਂ ਦੀਆਂ ਸਾਖੀਆਂ ਸੁਣਾਈਆਂ। ਮਨ ਐਸੇ ਅਡੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੇ ਅਰਦਾਸ ਵਿੱਚ ਮਾਤਾ ਗੁਜਰ ਕੌਰ ਜੀ ਬਾਰ-ਬਾਰ ਹੀ ਕਹਿੰਦੇ, ਗੁਰੂ ਨਾਨਕ ਸਾਹਿਬ ਬੱਚਿਆਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ, ਧਰਮ ਤੋਂ ਨਾ ਡੋਲ ਜਾਣ, ਧਰਮ ਨਾ ਕਿਤੇ ਤਿਆਗਿਆ ਜਾਵੇ। ਇਹਨਾਂ ਦੀ ਪਤ ਇੱਜ਼ਤ ਗੁਰੂ ਨਾਨਕ ਸਾਹਿਬ ਆਪ ਜੀ ਨੇ ਆਪ ਰੱਖਣੀ ਹੈ। ਸਾਧ ਸੰਗਤ ਜੀ 11 ਪੋਹ ਦੀ ਰਾਤ ਗੁਜ਼ਰਦੀ ਹੈ, ਸਾਰੀ ਰਾਤ ਮਾਤਾ ਜੀ ਸਿੱਖਿਆ ਦਿੰਦੇ ਰਹੇ ਤੇ 12 ਪੋਹ ਜਿਹੜਾ ਕੱਲ ਦਾ ਦਿਹਾੜਾ ਲੰਘ ਕੇ ਗਿਆ। ਇਹ ਪੇਸ਼ੀ ਜਦੋਂ ਸਾਹਿਬਜ਼ਾਦਿਆਂ ਦੀ 12 ਪੋਹ ਦੀ ਹੁੰਦੀ, ਲਾਲਾ ਨੂੰ ਲੈਣ ਵਾਸਤੇ ਸਿਪਾਹੀ ਆਏ ਨੇ। ਮਾਤਾ ਜੀ ਨੇ ਹੱਥੀਂ ਤਿਆਰ ਕਰਕੇ ਲਾਲਾ ਨੂੰ ਕਚਹਿਰੀ ਵੱਲ ਨੂੰ ਤੋਰ ਦਿੱਤਾ ਤੇ ਫਿਰ ਉਹੀ ਸਵਾਲ ਜਵਾਬ ਸੂਬੇ ਦੀ ਕਚਹਿਰੀ ਵਿੱਚ ਹੋਣ ਲੱਗੇ ਨੇ। ਉਹਨਾਂ ਨੇ ਪੁੱਛਿਆ ਹੈ ਜਾ ਕਰਕੇ, ਸੁੱਚਾਨੰਦ ਜਿਹੜਾ ਗੁਰੂ ਨਾਨਕ ਦੇ ਦਰ ਵਿੱਚ ਲੰਬਾ ਸਮਾਂ ਇਹ ਰਸੋਈਆ ਰਹਿ ਕਰਕੇ ਵੀ ਸੇਵਾ ਕਰ ਚੁੱਕਿਆ ਸੀ, ਇਹਨੇ ਮਸੰਦੀ ਵੀ ਕੀਤੀ ਸੀ ਲੰਬਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਵਿੱਚ, ਤੇ ਈਰਖਾ ਦਾ ਭਰਿਆ ਹੋਇਆ ਇਹ ਸੂਬੇਦਾਰ ਨੂੰ ਕਹਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਪਰਖ ਕਰਨੀ ਚਾਹੀਦੀ ਹੈ। ਪੁੱਛੋ ਇਹਨਾਂ ਦੇ ਇਰਾਦੇ ਕੀ ਹਨ। ਤਾਂ ਨੇੜੇ ਹੋ ਕੇ ਸੁੱਚਾਨੰਦ ਮੋਢੇ ਤੇ ਹੱਥ ਰੱਖ ਕੇ ਲਾਲਾ ਨੂੰ ਪੁੱਛਦਾ, ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਕਿੱਥੇ ਜਾਵੋਗੇ? ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੋਵੇਂ ਵੀਰ ਬਚਨ ਕਰਦੇ ਨੇ, ਕਿੱਥੇ ਜਾਵਾਂਗੇ? ਅਸੀਂ ਜੰਗਲਾਂ ਵਿੱਚ ਜਾਵਾਂਗੇ, ਜੰਗਲਾਂ ਵਿੱਚ ਜਾ ਕਰਕੇ ਘੋੜੇ ਇਕੱਠੇ ਕਰਾਂਗੇ, ਸਿੰਘ ਇਕੱਠੇ ਕਰਾਂਗੇ, ਸੈਨਾ ਤਿਆਰ ਕਰਾਂਗੇ। ਘੋੜਿਆਂ ਤੇ ਸਵਾਰ ਜਦੋਂ ਸੂਰਮੇ ਸ਼ਸਤਰਧਾਰੀ ਸਾਡੀ ਸੈਨਾ ਵਿੱਚ ਸ਼ਾਮਲ ਹੋਣਗੇ ਤੇ ਫਿਰ ਰਹਿੰਦੇ ਸਵਾਸਾਂ ਤੱਕ ਜ਼ੁਲਮ ਦੇ ਨਾਲ ਟਾਕਰਾ ਕਰਾਂਗੇ, ਆਖਰੀ ਸਵਾਸ ਤੱਕ ਜ਼ੁਲਮ ਦੇ ਨਾਲ ਲੜਦੇ ਰਹਾਂਗੇ। ਇਹ ਸੁਣ ਕਰਕੇ ਜਿਹੜਾ ਸੁੱਚਾਨੰਦ ਕਹਿਣ ਲੱਗਿਆ, ਵਜੀਦ ਖਾਨ ਦੇਖੋ ਸੂਬੇਦਾਰ ਜੀ, ਇਹਨਾਂ ਦੇ ਇਰਾਦੇ ਕੀ ਹਨ। ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਇਆ, ਆਨੰਦਾਂ ਦੀ ਪੁਰੀ ਦੇ ਵਿੱਚੋਂ ਵੀ ਬਚ ਕੇ ਨਿਕਲ ਆਏ। ਚਮਕੌਰ ਦੀ ਗੜੀ ਵਿੱਚ 10 ਲੱਖ ਸੈਨਾ ਦੇ ਅੱਖਾਂ ਵਿੱਚ ਘੱਟਾ ਪਾ ਕੇ ਨਿਕਲ ਗਏ ਗੁਰੂ ਗੋਬਿੰਦ ਸਿੰਘ, ਤੇ ਇਹ 2 ਹੋਰ ਨੇ, ਇਹ ਕਦੋਂ ਕਾਬੂ ਆਉਣਗੇ? ਇੱਥੋਂ ਤੱਕ ਉਹਨੇ ਖੋਟੇ ਬੰਦੇ ਨੇ ਬੋਲ ਕਹੇ ਸਨ ਕਿ ਸੱਪਾਂ ਦੇ ਪੁੱਤ ਸਪੋਲੀਏ ਹੁੰਦੇ, ਜੰਮਦਿਆਂ ਨੂੰ ਖਤਮ ਕਰ ਦੇਣਾ ਚਾਹੀਦਾ, ਜੰਮਦੀਆਂ ਸੂਲਾਂ ਦੇ ਮੂੰਹ ਤੋੜ ਦੇਣੇ ਚਾਹੀਦੇ ਹਨ। ਇਹ ਖੋਟੇ ਸ਼ਬਦ ਸੁੱਚਾਨੰਦ ਝੂਠਾਨੰਦ ਨੇ ਕਹੇ। ਤਾਂ ਉਸ ਵੇਲੇ ਸਾਧ ਸੰਗਤ ਫਿਰ ਇਹਨੇ ਹੋਰ ਵੀ ਪਰਖਾਂ ਕਰਵਾਈਆਂ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਇੱਕ ਇਹ ਵੀ ਵਿਥਿਆ ਲਿਖੀ ਹੈ ਕਿ ਉੱਥੇ ਕਚਹਿਰੀ ਦੇ ਬਾਹਰਲੇ ਪਾਸੇ 3 ਜਿਹੜੀਆਂ ਦੁਕਾਨਾਂ ਬਣਵਾ ਦਿੱਤੀਆਂ ਗਈਆਂ। ਝੂਠਾਨੰਦ ਨੇ ਕਿਹਾ ਸੀ ਇਹਨਾਂ ਦੀ ਪਰਖ ਚੰਗੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ। ਇੱਕ ਦੁਕਾਨ ਦੇ ਉੱਪਰ 36 ਪ੍ਰਕਾਰ ਦੇ ਮਿੱਠੇ ਪਦਾਰਥ, ਮਠਿਆਈਆਂ ਰਖਾ ਦਿੱਤੀਆਂ। ਦੂਸਰੀ ਦੁਕਾਨ ਦੇ ਉੱਪਰ ਬੱਚਿਆਂ ਦੇ ਖੇਡਣ ਵਾਲੇ ਖਿਡੌਣੇ ਰੱਖ ਦਿੱਤੇ। ਤੀਜੀ ਦੁਕਾਨ ਦੇ ਉੱਪਰ ਪਿਸਤੌਲ, ਬੰਦੂਕਾਂ, ਗੋਲੀ ਸਿੱਕਾ, ਤੀਰ, ਕਮਾਨ, ਨੇਜੇ, ਭਾਲੇ ਤੇ ਢਾਲਾਂ ਰੱਖ ਦਿੱਤੀਆਂ। 3 ਦੁਕਾਨਾਂ ਖੋਲੀਆਂ ਗਈਆਂ। ਇਹ ਸੁੱਚਾਨੰਦ ਨੇੜੇ ਹੋ ਕੇ ਕਹਿੰਦਾ, ਬੱਚਿਓ ਤੁਹਾਨੂੰ ਵਜੀਦ ਖਾਨ ਨੇ ਪ੍ਰਸੰਨਤਾ ਵਿੱਚ ਆ ਕੇ ਛੱਡ ਦਿੱਤਾ ਹੈ, ਜਿੱਥੇ ਤੁਹਾਡੀ ਇੱਛਾ ਜਾ ਸਕਦੇ ਹੋ।
ਜਦੋਂ ਸਾਹਿਬਜ਼ਾਦੇ ਕਚਹਿਰੀ ਤੋਂ ਬਾਹਰ ਆਏ, ਪਹਿਲੀ ਦੁਕਾਨ ਦੇ ਵੱਲ ਨਜ਼ਰ ਗਈ ਹੈ, ਉਸ ਦੁਕਾਨ ਵੱਲ ਆਪਣਾ ਚਰਨ ਵੀ ਨਹੀਂ ਪਾਉਣਾ ਕੀਤਾ, ਮਠਿਆਈ ਵੱਲ ਗਏ ਹੀ ਨਹੀਂ ਹਨ। ਦੂਸਰੀ ਦੁਕਾਨ ਖਿਡੌਣਿਆਂ ਦੀ, ਬੱਚਿਆਂ ਨੂੰ ਖਿਡੌਣੇ ਪਿਆਰੇ ਲੱਗਦੇ ਨੇ, ਖਿਡੌਣਿਆਂ ਵੱਲ ਗੁਰੂ ਦੇ ਲਾਲਾਂ ਨੇ ਕਦਮ ਨਹੀਂ ਕੀਤਾ। ਤੀਸਰੀ ਦੁਕਾਨ ਜਿਹੜੀ ਅਸਲੇ ਦੀ ਦੁਕਾਨ ਹੈ, ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣੀ ਉਮਰ ਕੱਦ ਦੇ ਹਿਸਾਬ ਨਾਲ ਛੋਟਾ ਪਿਸਤੌਲ ਚੁੱਕ ਕੇ ਗਲ ਵਿੱਚ ਪਾ ਲਿਆ। ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੇ ਬੰਦੂਕ ਚੁੱਕ ਲਈ ਛੋਟੀ ਜਿਹੀ। ਕਦੇ ਸ੍ਰੀ ਸਾਹਿਬਾਂ ਤਲਵਾਰਾਂ ਆਪਣੇ ਗਾਤਰਿਆਂ ਨਾਲ ਲਾ ਲਾ ਕੇ ਵੇਖਦੇ ਨੇ, ਤੇ ਝੂਠਾ ਆਨੰਦ ਅੰਦਰ ਬੈਠਾ ਵੇਖਦਾ ਸੀ, ਕਹਿੰਦਾ ਦੇਖੋ ਵਜੀਦ ਖਾਂ ਇਹਨਾਂ ਬੱਚਿਆਂ ਦੇ ਇਰਾਦੇ ਕੀ ਨੇ। ਇੱਕ ਗੁਰੂ ਗੋਬਿੰਦ ਸਿੰਘ ਕਾਬੂ ਨਹੀਂ ਆਇਆ, ਤੇ ਇਹ ਕਦੋਂ ਕਾਬੂ ਆਉਣਗੇ। ਫਿਰ ਉੱਥੇ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਜਿਹੜੇ ਫਤਵੇ ਸਨ ਕਚਹਿਰੀ ਦੇ ਵਿੱਚ ਸੁਣਾਏ ਗਏ। ਫਤਵਾ ਲਾਇਆ ਗਿਆ ਕਿ ਇਹਨਾਂ ਨਿੱਕੀਆਂ ਜਿੰਦਾਂ ਨੂੰ, ਗੁਰੂ ਦੇ ਲਾਲਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। ਸਾਰੀਆਂ ਕੌਮਾਂ ਕਦੇ ਮਾੜੀਆਂ ਨਹੀਂ ਹੋਇਆ ਕਰਦੀਆਂ। ਸ਼ੇਰ ਮੁਹੰਮਦ ਮਲੇਰ ਕੋਟਲੇ ਵਾਲਾ ਵੀ ਕਚਹਿਰੀ ਵਿੱਚ ਬੈਠਾ ਹੈ। ਧਰਮੀਆਂ ਦੇ ਹਿਰਦੇ ਕੰਬ ਗਏ ਸਨ ਉਸ ਵੇਲੇ। ਬਾਬਾ ਮੋਤੀ ਰਾਮ ਜੀ ਮਹਿਰਾ ਵਰਗਿਆਂ ਨੇ ਜਿਹੜਾ ਦੁੱਧ ਛਕਾਇਆ ਲਾਲਾਂ ਨੂੰ, ਚਾਹੇ ਵਜੀਦ ਖਾਂ ਦੀ ਰਸੋਈ ਵਿੱਚ ਉਹ ਨੌਕਰੀ ਕਰਦਾ ਸੀ, ਧਰਮੀ ਬੰਦਿਆਂ ਦੇ ਹਿਰਦੇ ਅੰਦਰੋਂ ਕੰਬ ਜਾਂਦੇ ਨੇ ਜਦੋਂ ਐਸਾ ਪਾਪ ਵਰਤਦਾ। ਤੇ ਸ਼ੇਰ ਮੁਹੰਮਦ ਮਲੇਰੀਏ ਨੇ ਉਸ ਵੇਲੇ ਹਾਂ ਦਾ ਨਾਰਾ ਮਾਰਿਆ ਕਿ ਬਹੁਤ ਵੱਡਾ ਅਨਿਆਂ ਹੋ ਰਿਹਾ, ਇਹ ਧੱਕਾ ਹੋ ਰਿਹਾ ਹੈ। ਏਡੀ ਛੋਟੀ ਉਮਰ ਦੇ ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਹੀ ਨਹੀਂ ਕਰਨਾ ਚਾਹੀਦਾ। ਬਜ਼ੁਰਗ ਬੁੱਢੜੀ ਮਾਤਾ ਹੈ, ਕਚਹਿਰੀ ਵਿੱਚ ਲਿਆਉਣ ਦਾ ਕੀ ਕੰਮ ਹੈ ਇਹਨਾਂ ਨੂੰ। ਹਾਂ ਦਾ ਨਾਰਾ ਮਾਰ ਕਰਕੇ ਬਾਹਰ ਨਿਕਲ ਗਿਆ। ਕਹਿ ਦਿੱਤਾ ਸੀ ਵਜੀਦ ਖਾਂ ਏਡਾ ਵੱਡਾ ਪਾਪ ਕਰਨ ਲੱਗਿਆ, ਤੇਰੀ ਬੱਸ ਦੀ ਸਰਹੰਦ ਉੱਜੜ ਜਾਵੇਗੀ। ਜਦੋਂ ਇਹ ਬਾਹਰ ਨਿਕਲਿਆ ਤਾਂ ਸਾਧ ਸੰਗਤ ਜਿਹੜਾ ਇਹਨਾਂ ਨੇ ਫਤਵਾ ਸੁਣਾਇਆ ਸੀ, ਐਲਾਨ ਕਰ ਦਿੱਤਾ ਕਿ ਕੱਲ ਨੂੰ 13 ਪੋਹ ਵਾਲੇ ਦਿਨ ਇਹਨਾਂ ਲਾਲਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਨੂੰ ਵਾਪਸ 12 ਪੋਹ ਜਿਹੜਾ ਕੱਲ ਦਾ ਦਿਹਾੜਾ ਲੰਘਿਆ, ਮਾਤਾ ਜੀ ਦੇ ਕੋਲ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਮਾਤਾ ਜੀ ਲਾਲਾਂ ਦੇ ਸਿਰ ਤੇ ਹੱਥ ਫੇਰਦੇ, ਮੱਥੇ ਚੁੰਮਦੇ ਨੇ, ਗੋਦ ਵਿੱਚ ਬਿਠਾ ਕਰਕੇ ਪੁੱਛਦੇ ਨੇ, ਬੱਚਿਓ ਅੱਜ ਦੀ ਕਚਹਿਰੀ ਵਿੱਚ ਵਜੀਦ ਖਾਂ ਸੂਬੇ ਨੇ ਕੀ ਸਵਾਲ ਕੀਤੇ, ਕੀ ਪੁੱਛਿਆ। ਤਾਂ ਸਤਿਗੁਰੂ ਦੇ ਲਾਲ ਕਹਿੰਦੇ ਮਾਤਾ ਬਹੁਤ ਤਰ੍ਹਾਂ ਦੇ ਸਵਾਲ ਉਹਨਾਂ ਨੇ ਕੀਤੇ, ਤੇ ਇਹ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਇਹਨਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਵੇ। ਬਾਬਾ ਫਤਿਹ ਸਿੰਘ ਜੀ ਕਹਿੰਦੇ ਤੋਤਲੀ ਜਵਾਨ ਦੇ ਨਾਲ ਦਾਦੀ ਮਾਂ ਕੀ ਹੋ ਗਿਆ ਜੇ ਨੀਹਾਂ ਵਿੱਚ ਚਿਣ ਦੇਣਗੇ, ਇਹ ਸਾਨੂੰ ਮਾਰ ਤੇ ਨਹੀਂ ਦੇਣਗੇ। ਦਾਦੀ ਮਾਤਾ ਸਾਰੀ ਰਾਤ ਗੋਦ ਵਿੱਚ ਲੈ ਕੇ ਸਿਮਰਨ ਕਰਦੇ, ਪਾਠ ਕਰ ਰਹੇ ਨੇ, ਅਰਦਾਸਾਂ ਕਰਦੇ। ਅੱਜ ਇਹ ਸੰਕਟ ਦੀ ਜਿਹੜੀ ਘੜੀ ਬਣੀ ਹੈ, ਹੇ ਅਕਾਲ ਪੁਰਖ ਪਰਮਾਤਮਾ, ਜਿਹੜੀਆਂ ਕਸਵੱਟੀਆਂ ਲਾਲਾਂ ਤੇ ਲੱਗ ਰਹੀਆਂ, ਇਹਨਾਂ ਪਰਖਾਂ ਕਸਵੱਟੀਆਂ ਵਿੱਚ ਮੇਰੇ ਲਾਲ ਪੋਤਰੇ ਪੂਰੇ ਉਤਰਨ। ਸਤਿਗੁਰੂ ਜੀ ਇਹਨਾਂ ਦੀ ਬਾਂਹ ਫੜਨੀ, ਅੰਗ ਸੰਗ ਸਹਾਈ ਹੋ ਕੇ ਵਰਤਣਾ। ਤੇ ਸਾਰੀ ਰਾਤ ਗੁਜ਼ਰੀ। ਅੱਜ ਦਾ 13 ਪੋਹ 1761 ਬਿਕਰਮੀ ਸੰਮਤ ਦਾ ਜਿਹੜਾ ਦਰਦਨਾਕ ਇਹ ਦਿਹਾੜਾ ਆਉਂਦਾ ਹੈ। ਸਵਖਤੇ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਨੂੰ ਕਚਹਿਰੀ ਦੇ ਵੱਲ ਨੂੰ ਲੈ ਕੇ ਜਾਣ ਵਾਸਤੇ ਸਿਪਾਹੀ ਦਾਦੀ ਮਾਂ ਦੇ ਕੋਲ ਪਹੁੰਚੇ ਨੇ। ਮਾਤਾ ਨੇ ਕਲਗੀਆਂ ਲਾਈਆਂ ਲਾਲਾਂ ਦੇ, ਦਸਤਾਰਾਂ ਦੇ ਉੱਪਰ ਹੱਥੀਂ ਆਪ ਦਸਤਾਰੇ ਸਜਾਏ, ਕੰਘੇ ਕੀਤੇ, ਜੂੜੇ ਕੀਤੇ ਨੇ, ਗਠੜੀ ਵਿੱਚੋਂ ਨਵੇਂ ਚੋਲੇ ਪਹਿਨਾਏ ਹਨ, ਗਾਤਰਿਆਂ ਵਿੱਚ ਸ੍ਰੀ ਸਾਹਿਬਾਂ ਪਾਈਆਂ, ਕਮਰ ਕਸੇ ਕੀਤੇ, ਗਲਾਂ ਦੇ ਅੰਦਰ ਹਜੂਰੀਏ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਦੇ ਮਾਤਾ ਨੇ ਹੱਥਾਂ ਨਾਲ ਪਾਏ। ਹੱਥੀਂ ਤਿਆਰ ਕਰਕੇ ਲਾਲਾਂ ਨੂੰ ਤੋਰਦੇ ਨੇ। ਜਦੋਂ ਲਾਲ ਕੁਝ ਕਦਮ ਅੱਗੇ ਜਾਂਦੇ, ਮਾਤਾ ਜੀ ਵੱਲ ਮੁੜ ਕੇ ਵੇਖਦੇ ਤੇ ਮਾਤਾ ਜੀ ਅਰਦਾਸ ਵਿੱਚ ਜੁਟੇ ਹੋਏ ਨੇ। ਜਦੋਂ ਕਚਹਿਰੀ ਦੇ ਅੰਦਰ ਸਤਿਗੁਰੂ ਦੇ ਲਾਲ ਗਏ ਨੇ, ਉੱਥੇ ਜ਼ੁਲਮੀਆਂ, ਪਾਪੀਆਂ, ਜਰਬਾਣੀਆਂ ਨੇ ਇੱਟਾਂ ਮੰਗਾ ਕੇ ਰੱਖੀਆਂ ਹੋਈਆਂ।
ਚੂਨੇ ਦਾ ਪ੍ਰਬੰਧ ਕੀਤਾ ਹੋਇਆ, ਚਿਣਨ ਵਾਲੇ ਕਾਰੀਗਰ ਕੀ ਜਲਾਦ ਮੰਗਾ ਕੇ ਰੱਖੇ ਹੋਏ ਨੇ, ਉਹ ਸਾਰੀ ਤਿਆਰੀ ਕੀਤੀ ਗਈ ਹੈ। ਸਤਿਗੁਰੂ ਦੇ ਲਾਲਾਂ ਨੂੰ ਜਦੋਂ ਇੱਟਾਂ ਦੇ ਕੋਲ ਲਿਜਾ ਕੇ ਖੜਾ ਕੀਤਾ ਗਿਆ, ਫਿਰ ਸੂਬੇਦਾਰ ਵਜੀਦ ਖਾਂ ਪੁੱਛਦਾ, ਤੁਹਾਨੂੰ ਪੁੱਤਰੀਆਂ ਦੇ ਡੋਲੇ ਦੇ ਦਿਆਂਗੇ, ਅੱਧਾ ਰਾਜ ਭਾਗ ਤੁਹਾਨੂੰ ਦੇ ਦਿਆਂਗੇ, ਸੋਨੇ ਦੇ ਮਹੱਲ ਤੁਹਾਨੂੰ ਰਹਿਣ ਵਾਸਤੇ ਦਿੱਤੇ ਜਾਣਗੇ, ਛੱਡੋ ਆਪਣਾ ਧਰਮ ਤੇ ਇਸਲਾਮ ਧਰਮ ਨੂੰ ਕਬੂਲ ਕਰ ਲਓ। ਸਾਹਿਬਜ਼ਾਦਿਆਂ ਕਿਹਾ ਸੀ, ਇੱਕ ਵਾਰੀ ਕਹੋ ਲੱਖ ਵਾਰੀ ਕਹੋ, ਤੈਨੂੰ ਆਪਣਾ ਧਰਮ ਪਿਆਰਾ ਤੇ ਸਾਨੂੰ ਆਪਣਾ ਧਰਮ ਪਿਆਰਾ ਹੈ। ਫਿਰ ਸਾਧ ਸੰਗਤ ਉਸ ਪਾਵਨ ਪਵਿੱਤਰ ਅਸਥਾਨ ਤੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ, ਨੀਹਾਂ ਦੇ ਵਿੱਚ ਇੱਟਾਂ ਦੇ ਵਿਚਕਾਰ ਖੜਾ ਕੀਤਾ ਗਿਆ। ਆਲੇ ਦੁਆਲੇ ਤੋਂ ਜਿਹੜੇ ਕਾਰੀਗਰ ਜਲਾਦ ਹਨ, ਇਹ ਨੀਹਾਂ ਚਿਣਨ ਵਾਸਤੇ ਲੱਗੇ ਨੇ। ਜਦੋਂ ਸਾਹਿਬਜ਼ਾਦਿਆਂ ਦੇ ਗਿੱਟਿਆਂ ਦੇ ਕੋਲ ਤੋੜ ਕਰਕੇ ਇੱਟ ਲਾਉਣ ਲੱਗੇ, ਤਾਂ ਲਾਲਾ ਨੇ ਕਿਹਾ ਸੀ, ਇਹ ਜਿਹੜੀ ਕੰਧ, ਇਹ ਸਿੱਖੀ ਦੀ ਕੰਧ ਉਸਾਰੀ ਜਾ ਰਹੀ ਹੈ। ਇਹ ਕਿਸੇ ਆਮ ਘਰ ਦੀ, ਕਿਸੇ ਮਕਾਨ ਦੀ ਕੰਧ ਨਹੀਂ ਹੈ। ਇਹ ਰਹਿੰਦੀ ਦੁਨੀਆ ਦੇ ਤੱਕ ਸਿੱਖਾਂ ਨੂੰ ਪ੍ਰੇਰਣਾ ਦਿੰਦੀ ਰਹੇਗੀ। ਸਿੱਖੀ ਦੀ ਕੰਧ ਅੰਦਰ ਟੁੱਟੀ ਹੋਈ ਇੱਟ ਨਹੀਂ ਲੱਗਣੀ ਚਾਹੀਦੀ। ਫਿਰ ਇਹਨਾਂ ਜਰਵਾਣਿਆਂ ਨੇ ਕਰੰਡੀਆਂ ਤੇ ਤੇਸ਼ੀਆਂ ਦੇ ਵਾਰ ਮਾਰ ਕੇ ਲਾਲਾਂ ਦੇ ਗਿੱਟੇ ਛਾਂਗ ਦਿੱਤੇ। 7 ਸਾਲ ਦੀ ਉਮਰ ਕੋਮਲ ਜਿੰਦਾ, 9 ਸਾਲ ਦੀ ਉਮਰ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਕੋਮਲ ਜਿੰਦਾਂ ਦੇ ਜਦੋਂ ਗਿੱਟੇ ਛਾਂਗ ਦਿੱਤੇ ਗਏ ਤੇ ਦੀਵਾਰ ਉੱਪਰ ਨੂੰ ਉੱਚੀ ਉੱਠਦੀ ਜਾ ਰਹੀ ਹੈ। ਗੋਡਿਆਂ ਕੋਲ ਆ ਕੇ ਫਿਰ ਜਦੋਂ ਇੱਟ ਤੋੜਨ ਲੱਗੇ ਤੇਸੀ ਮਾਰ ਕੇ, ਸਤਿਗੁਰੂ ਪਾਤਸ਼ਾਹ ਦੇ ਲਾਲਾਂ ਨੇ ਜਪਜੀ ਸਾਹਿਬ ਦਾ ਪਾਠ ਆਰੰਭਿਆ ਸੀ। ਇਸ਼ਾਰਾ ਕਰ ਦਿੱਤਾ, ਟੁੱਟੀ ਹੋਈ ਇੱਟ ਨਹੀਂ ਲੱਗੇਗੀ। ਫਿਰ ਇਹਨਾਂ ਜਰਵਾਣਿਆਂ ਨੇ ਗੋਡਿਆਂ ਦੀਆਂ ਚੱਪਣੀਆਂ ਉਧੇੜ ਦਿੱਤੀਆਂ, ਤੇਸੀਆਂ ਤੇ ਕਰੰਡੀਆਂ ਮਾਰ ਮਾਰ ਕੇ। ਜਦੋਂ ਛਾਤੀਆਂ ਦੇ ਤੱਕ ਕੰਧ ਜਾਂਦੀ ਹੈ, ਸਾਹ ਘੁੱਟੇ ਜਾਂਦੇ ਹਨ। ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਜੀ ਦੇ ਚਿਹਰੇ ਵੱਲ ਵੇਖਦੇ ਨੇ। ਬਾਬਾ ਫਤਿਹ ਸਿੰਘ ਸਾਹਿਬ ਜੀ ਛੋਟੇ ਨੇ, ਉਮਰਾਂ ਵਿੱਚ ਕੱਦ ਵੀ ਛੋਟਾ ਹੈ, ਤੇ ਪੁੱਛਦੇ ਨੇ, ਵੀਰ ਜੀ ਕਿਸ ਵਾਸਤੇ ਆਪ ਜੀ ਮੇਰੇ ਵੱਲ ਤੱਕਦੇ ਹੋ? ਬਾਬਾ ਜੋਰਾਵਰ ਸਿੰਘ ਜੀ ਕਹਿੰਦੇ, ਵੀਰ ਮੇਰੇ ਮਨ ਵਿੱਚ ਬੜੀ ਬੇਚੈਨੀ ਹੈ ਕਿ ਤੇਰੇ ਕਰਮ, ਤੇਰੇ ਭਾਗ ਮੇਰੇ ਨਾਲੋਂ ਕਿੰਨੇ ਚੰਗੇ ਪਰਮਾਤਮਾ ਨੇ ਲਿਖੇ। ਤੂੰ ਮੇਰੇ ਨਾਲੋਂ ਬਾਅਦ ਵਿੱਚ ਦੁਨੀਆ ਅੰਦਰ ਪੈਦਾ ਹੋਇਆ ਸੀ ਤੇ ਮੈਨੂੰ ਛੱਡ ਕੇ ਤੂੰ ਪਹਿਲਾਂ ਦਾਦੇ ਗੁਰੂ ਤੇਗ ਬਹਾਦਰ ਦੀ ਗੋਦ ਵਿੱਚ ਜਾ ਰਿਹਾ ਹੈ। ਬਾਬਾ ਫਤਿਹ ਸਿੰਘ ਜੀ ਨੇ ਕਿਹਾ, ਵੀਰ ਜੀ ਐਸਾ ਨਹੀਂ ਹੋਵੇਗਾ। ਦੋਵੇਂ ਇਕੱਠੇ ਆਨੰਦਾਂ ਦੀ ਪੁਰੀ ਤੋਂ ਚੱਲ ਕੇ ਆਏ, ਇੱਥੇ ਤੱਕ ਦੋਵੇਂ ਇਕੱਠੇ ਨੀਹਾਂ ਵਿੱਚ ਖੜੇ ਹਾਂ। ਆਪਾਂ ਅਰਦਾਸ ਕਰਦੇ ਹਾਂ, ਦੋਵਾਂ ਦਾ ਇਕੱਠਿਆਂ ਦਾ ਸਰੀਰ ਛੁੱਟੇਗਾ। ਅਰਦਾਸਾ ਕੀਤਾ ਗੁਰੂ ਦਿਆਂ ਲਾਲਾਂ ਨੇ। ਕੰਧਾਂ ਦੇ ਅੰਦਰ ਜਿਹੜੀਆਂ ਕੋਮਲ ਜਿੰਦਾਂ ਸਾਧ ਸੰਗਤ ਜੀ ਸਮੋ ਗਈਆਂ ਨੇ। ਜਦੋਂ ਸੀਸ ਦੇ ਉੱਪਰ ਵੀ ਇੱਟਾਂ ਚਿਣ ਦਿੱਤੀਆਂ ਜਰਵਾਣਿਆਂ ਨੇ, ਸਾਹ ਘੁੱਟੇ ਗਏ ਲਾਲਾਂ ਦੇ। ਉਸ ਵੇਲੇ ਜੀਭ ਕਲਾ ਹਾਲੇ ਸਰੀਰ ਵਿੱਚੋਂ ਨਿਕਲੀ ਨਹੀਂ ਸੀ। ਐਸੇ ਤੂਫਾਨ ਆਏ ਨੇ, ਭੁਚਾਲ ਆਏ, ਜਿਵੇਂ ਅਸਮਾਨ ਡੋਲਿਆ। ਇਹ ਜਿਹੜੀਆਂ ਕੰਧਾਂ ਨਿੱਕੀਆਂ ਇੱਟਾਂ ਦੀਆਂ ਚਿਣੀਆਂ ਹੋਈਆਂ ਧਰਤੀ ਤੇ ਡਿੱਗ ਪਈਆਂ। ਸਤਿਗੁਰੂ ਦੇ ਲਾਲ ਨਿੱਕੀਆਂ ਜਿੰਦਾਂ ਵੀ ਉਹਨਾਂ ਇੱਟਾਂ ਦੇ ਵਿੱਚ ਡਿੱਗੇ ਪਏ ਨੇ। ਸਰੀਰ ਹਾਲੇ ਸਹਿਕਦੇ ਹਨ, ਜੀਵ ਕਲਾ ਸਰੀਰਾਂ ਵਿੱਚੋਂ ਨਿਕਲੀ ਨਹੀਂ ਹੈ। ਤਾਂ ਉੱਥੇ ਸਾਧ ਸੰਗਤ ਜੀ ਬਹੁਤ ਇਤਿਹਾਸਕਾਰਾਂ ਨੇ ਵੱਖੋ ਵੱਖਰੇ ਅੰਦਾਜ਼ੇ ਦੇ ਨਾਲ ਆਪਣਾ ਇਤਿਹਾਸ ਉਹ ਬਿਆਨ ਕੀਤਾ, ਲਿਖਿਆ ਹੈ। ਕਿਸੇ ਨੇ ਕਿਹਾ ਕਿ ਕੇਸਰ ਤੇ ਕਸਤੂਰੀ ਮਲ ਕਰਕੇ ਉਹਨਾਂ ਦੇ ਸਵਾਸ ਜਿਹੜੇ ਸੀ ਦੁਬਾਰੇ ਲਿਆਂਦੇ ਗਏ। ਚੇਤਨ ਸੱਤਾ ਜਿਹੜੀ ਸਰੀਰ ਵਿੱਚ ਆਈ ਤੇ ਉਹਨਾਂ ਨੂੰ ਸੁਰਤ ਵਿੱਚ ਲਿਆ ਕਰਕੇ ਫਿਰ ਕੋਰੜੇ ਮਾਰੇ ਗਏ। ਕਿਸੇ ਨੇ ਗੁਲੇਲਿਆਂ ਨੂੰ ਮਾਰਨ ਦਾ ਜ਼ਿਕਰ ਕੀਤਾ ਹੈ, ਪਰੰਤੂ ਜਿਹੜਾ ਕੁਝ ਦਾਸ ਨੇ ਦਮਦਮੀ ਟਕਸਾਲ ਦੇ ਵਿੱਚ ਮਹਾਂਪੁਰਖਾਂ ਤੋਂ ਵਿਦਿਆ ਪੜ੍ਹਦਿਆਂ ਸੁਣਿਆ, ਸਰਵਣ ਕੀਤਾ, ਜਿਹੜਾ ਕਾਪੀਆਂ ਵਿੱਚੋਂ ਲਿਖਿਆ ਹੋਇਆ ਮਿਲਦਾ, ਉੱਥੇ ਜਲਾਦਾਂ ਨੇ ਸਾਧ ਸੰਗਤ ਜੀ ਤਲਵਾਰਾਂ ਦੇ ਵਾਰ ਮਾਰ ਕੇ ਧੜਾਂ ਦੇ ਨਾਲੋਂ ਦੋਨਾਂ ਸਾਹਿਬਜ਼ਾਦਿਆਂ ਦੇ ਸੀਸ ਜੁਦਾ ਕੀਤੇ ਸਨ। ਦੋਨਾਂ ਲਾਲਾਂ ਦੇ ਜਦੋਂ ਸੂਖਮ ਸਰੀਰ
ਇਹ ਪੰਜ ਤੱਤਾਂ ਦੇ ਸਰੀਰ ਵਿੱਚੋਂ ਨਿਰਾਲੇ ਹੋਏ ਜੀਵ ਕਲਾ ਨਿਕਲੀਆਂ ਨੇ ਤਾਂ ਦੋਵੇਂ ਲਾਲ ਸੂਖਮ ਸਰੀਰਾਂ ਰਾਹੀਂ ਠੰਡੇ ਬੁਰਜ ਵਿੱਚ ਆ ਕੇ ਮਾਤਾ ਗੁਜਰ ਕੌਰ ਜੀ ਨੂੰ ਫਤਿਹ ਬੁਲਾਉਂਦੇ ਨੇ। ਜਦੋਂ ਫਤਿਹ ਬੁਲਾਈ ਹੈ ਆ ਕਰਕੇ ਮਾਤਾ ਜੀ ਵੇਖਦੇ ਨੇਤਰ ਖੋਲ ਕੇ ਅਰਦਾਸ ਵਿੱਚ ਜੁੜੇ ਸਨ, ਸਿਮਰਨ ਵਿੱਚ ਮਾਤਾ ਜੀ ਜੁੜੇ ਹੋਏ ਨੇ। ਨੇਤਰ ਖੋਲੇ ਤੇ ਸਾਹਮਣੇ ਲਾਲ ਨਹੀਂ ਦਿਸਦੇ, ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਪੁੱਛਦੇ ਨੇ ਸਾਹਿਬਜ਼ਾਦਿਓ ਸਰੀਰ ਨਹੀਂ ਨਜ਼ਰੀ ਪੈਂਦੇ, ਤਾਂ ਕਹਿਣਾ ਕੀਤਾ ਮਾਤਾ ਜੀ ਅਸੀਂ ਅਕਾਲ ਬਾਣਾ ਧਾਰਨ ਕਰ ਲਿਆ ਹੈ, ਭਾਵ ਪੰਜ ਤੱਤਾਂ ਦਾ ਸਰੀਰ ਤਿਆਗ ਦਿੱਤਾ। ਅਸੀਂ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਗੋਦ ਵਿੱਚ ਸੱਚਖੰਡ ਨੂੰ ਜਾ ਰਹੇ, ਦਾਦੀ ਮਾਂ ਤੁਸੀਂ ਵੀ ਸਾਡੇ ਨਾਲ ਚੱਲੋ। ਉਸ ਵੇਲੇ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ। ਮਾਤਾ ਗੁਜਰ ਕੌਰ ਜੀ ਦੀ ਜੋਗ ਸਾਧਨਾ ਬੜੀ ਕਮਾਈ ਸੀ ਤੇ ਉਸ ਵੇਲੇ ਬ੍ਰਹਮ ਰੰਧਰ ਜਿਹੜੀ ਨਾੜੀ ਹੈ ਦਸਮ ਦੁਆਰ ਦੀ, ਉਹਨੂੰ ਫੋੜ ਕਰਕੇ ਮਾਤਾ ਜੀ ਨੇ ਆਪਣੇ ਸਵਾਸ ਸਰੀਰ ਵਿੱਚੋਂ ਕੱਢ ਲਏ। ਤਿੰਨੇ ਜਿਹੜੀਆਂ ਰੂਹਾਂ ਨੇ ਜਦੋਂ ਸੱਚਖੰਡ ਨੂੰ ਜਾਣ ਲੱਗੀਆਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਤਿੰਨੇ ਸਰੀਰਾਂ ਨੇ ਆ ਕੇ ਅਕਾਲ ਬਾਣੇ ਦੇ ਦੁਆਰਾ ਫਤਿਹ ਬੁਲਾਈ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਸਾਡਾ ਮੈਸੇਜ ਜਿਹੜਾ ਹੈ ਸੁਨੇਹਾ ਅਕਾਲ ਪੁਰਖ ਪਰਮਾਤਮਾ ਨੂੰ ਦੇ ਦੇਣਾ। ਸ਼ਬਦ ਉਚਾਰਿਆ ਸੀ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣਾ। ਇਹ ਸੁਨੇਹਾ ਅਕਾਲ ਪੁਰਖ ਪਰਮਾਤਮਾ ਨੂੰ ਮਾਤਾ ਜੀ ਸਾਹਿਬਜ਼ਾਦਿਆਂ ਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੱਲਿਆ। ਸੋ ਜਦੋਂ ਸ਼ਹਾਦਤਾਂ ਅੱਜ ਦੇ ਦਿਨ ਇਹ ਤਿੰਨ ਹੋਈਆਂ ਨੇ, ਫਿਰ ਇਹਨਾਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਨਹੀਂ ਜਰਵਾਣੇ ਦਿੰਦੇ ਸਨ। ਕਹਿ ਦਿੱਤਾ ਸੀ ਜੇ ਕਿਸੇ ਨੇ ਸੰਸਕਾਰ ਕਰਨਾ ਤੇ ਜ਼ਮੀਨ ਜਿਹੜੀ ਹੈ ਮੁੱਲ ਖਰੀਦਣੀ ਪਵੇਗੀ। ਧੰਨ ਬਾਬਾ ਟੋਡਰ ਮੱਲ ਸਾਹਿਬ ਸਾਧ ਸੰਗਤ ਜੀ ਜਿਸ ਨੇ ਭਾਵਨਾ ਵਿੱਚ ਭਿੱਜੇ ਹੋਏ ਨੇ, ਕਿਹਾ ਸੀ ਕਿ ਜਿੰਨੀ ਜ਼ਮੀਨ ਚਾਹੀਦੀ ਮੈਂ ਮੁੱਲ ਖਰੀਦ ਕਰਕੇ ਆਪਣੇ ਹੱਥੀਂ ਸੰਸਕਾਰ ਲਾਲਾਂ ਦਾ ਤੇ ਮਾਤਾ ਜੀ ਦਾ ਕਰਾਂਗਾ। ਜਦੋਂ ਜ਼ਮੀਨ ਖਰੀਦਣ ਦੀ ਗੱਲ ਚੱਲੀ, ਸੂਬੇਦਾਰ ਵਜੀਦ ਖਾਨ ਨੇ ਕਹਿ ਦਿੱਤਾ ਮੋਹਰਾਂ ਵਿਛਾ ਕੇ ਧਰਤੀ ਜਿਹੜੀ ਮੁੱਲ ਲੈ ਸਕਦੇ ਹੋ। ਮੋਹਰਾਂ ਵਿਛਾ ਦਿੱਤੀਆਂ, ਫਿਰ ਵਜੀਦਾ ਮੁੱਕਰ ਗਿਆ। ਇਸ ਤਰ੍ਹਾਂ ਨਹੀਂ, ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ। ਖੜੀਆਂ ਕਰਕੇ ਮੋਹਰਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਵਾਲਾ ਪਾਵਨ ਪਵਿੱਤਰ ਅਸਥਾਨ, ਜਿੱਥੇ ਸਾਹਿਬਜ਼ਾਦੇ ਮਾਤਾ ਜੀ ਦੀ ਚਿਖਾ ਚਿਣੀ ਜਾਣੀ ਹੈ, ਇਹ ਜਗ੍ਹਾ ਟੋਡਰ ਮੱਲ ਜੀ ਨੇ ਮੁੱਲ ਖਰੀਦੀ ਮੋਹਰਾਂ ਖੜੀਆਂ ਕਰਕੇ। ਫਿਰ ਉਸ ਵੇਲੇ ਸਾਰੀ ਅੰਤਮ ਜਿਹੜੀ ਕਿਰਿਆ ਸੀ ਆਪਣੇ ਹੱਥੀਂ ਕੀਤੀ। ਦੋਹਾਂ ਲਾਲਾਂ ਦਾ ਅੰਤਮ ਜਿਹੜਾ ਸੀ ਇਸ਼ਨਾਨ, ਇਹ ਬਾਬਾ ਟੋਡਰ ਮੱਲ ਜੀ ਨੇ ਆਪਣੇ ਹੱਥੀਂ ਕਰਵਾਇਆ। ਮਾਤਾ ਗੁਜਰ ਕੌਰ ਜੀ ਦਾ ਅੰਤਮ ਇਸ਼ਨਾਨ ਟੋਡਰ ਮੱਲ ਦੀ ਪਤਨੀ ਨੇ ਕਰਵਾਇਆ। ਫਿਰ ਚੰਦਨ ਦੀ ਚਿਖਾ ਚਿਣ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਪੂਰਨ ਮਰਜ਼ਾਦਾ ਮੁੱਖ ਰੱਖ ਕੇ ਫਿਰ ਉੱਥੇ ਸੰਸਕਾਰ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਕੀਤੇ ਗਏ। ਇਹ ਸਾਰੀ ਵਿਥਿਆ ਜਦੋਂ ਰਾਏਕੋਟ ਦੀ ਪਾਵਨ ਧਰਤੀ ਗੁਰਦੁਆਰਾ ਟਾਹਲੀਆਣਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁਣ ਰਹੇ ਸਨ, ਭਾਈ ਪਰਮ ਸਿੰਘ ਤੇ ਧਰਮ ਸਿੰਘ ਨੇ ਕਿਹਾ ਸੀ ਮਹਾਰਾਜ ਆਪ ਜੀ ਲਾਲਾਂ ਨੂੰ ਬਚਾ ਲੈਂਦੇ, ਚਾਰੇ ਪੁੱਤਰ ਕਿਉਂ ਸ਼ਹੀਦ ਕਰਵਾ ਦਿੱਤੇ, ਆਪ ਜੀ ਨੇ ਲਾਲਾਂ ਨੂੰ ਰੱਖ ਲੈਂਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਅਸੀਂ ਭਾਈ ਦਇਆ ਸਿੰਘ ਜੀ ਨੂੰ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਬਾਹਰ ਲਿਆ ਸਕਦੇ ਸੀ ਆਵਾਜ਼ਾਂ ਦੇ ਕੇ, ਵੱਡੇ ਲਾਲਾਂ ਨੂੰ ਵੀ ਲਿਆ ਸਕਦੇ ਸੀ। ਇਹ ਦੇਸ਼ ਵਾਸਤੇ, ਪੰਥ ਵਾਸਤੇ, ਕੌਮ ਦੇ ਵਾਸਤੇ ਆਪਣੇ ਪੁੱਤਰ ਬਾਰੇ ਨੇ। ਕਿਹਾ ਸੀ ਮਹਾਰਾਜ ਤੁਹਾਨੂੰ ਦੁੱਖ ਲੱਗਿਆ ਹੋਵੇਗਾ, ਲਾਲਾਂ ਦੀ ਜਦੋਂ ਸ਼ਹਾਦਤ ਹੋਈ ਹੋਵੇਗੀ, ਸਾਰੀ ਵਿਥਿਆ ਸੁਣ ਕਰਕੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰੋ, ਧਰਤੀ ਤੇ ਲਕੀਰਾਂ ਕੱਢੋ। 4 ਲਕੀਰਾਂ ਉਹਨੇ ਰੇਤੇ ਵਿੱਚ ਕੱਢੀਆਂ। ਸਤਿਗੁਰੂ ਕਹਿੰਦੇ ਹੱਥ ਮਾਰ ਕੇ ਮੇਟ ਦਿਓ। 10 ਭਾਈ ਪਰਮ ਸਿੰਘ ਤੇ ਧਰਮ ਸਿੰਘ ਜਦੋਂ ਲਕੀਰਾਂ ਕੱਢੀਆਂ ਸਨ ਉਸ ਵੇਲੇ ਕੋਈ ਦੁੱਖ ਹੋਇਆ ਸੀ, ਕਹਿੰਦੇ ਨਹੀਂ। ਜਦੋਂ ਲਕੀਰਾਂ ਮੇਟੀਆਂ ਨੇ ਦੁੱਖ ਹੋਇਆ ਸੀ, ਕਹਿੰਦੇ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਪਰਮਾਤਮਾ ਨੇ ਅਮਾਨਤ ਦਿੱਤੀ ਸੀ ਪੁੱਤਰਾਂ ਦੀ, ਉਦੋਂ ਖੁਸ਼ੀ ਨਹੀਂ ਹੋਈ ਸੀ। ਜਦੋਂ ਆਪਣੀ ਅਮਾਨਤ ਪਰਮਾਤਮਾ ਵਾਹਿਗੁਰੂ ਨੇ ਲੈ ਲਈ, ਅਸੀਂ ਸੌਂਪ ਦਿੱਤੀ ਪਰਮਾਤਮਾ ਨੂੰ, ਤੇ ਕੋਈ ਦੁੱਖ ਨਹੀਂ ਹੋਇਆ।
ਇਹ ਬਚਨ ਕੇਵਲ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੀ ਕਹਿ ਸਕਦੇ ਨੇ। ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਸਾਨੀ ਨਹੀਂ ਹੈ। ਦਸ਼ਰਥ ਵਰਗੇ ਸਾਧ ਸੰਗਤ ਜੀ ਕੋਠਿਆਂ ਤੋਂ ਛਾਲਾਂ ਮਾਰ ਕੇ ਪੁੱਤਰਾਂ ਦੇ ਵਿਛੋੜੇ ਕਰਕੇ ਪ੍ਰਾਣ ਦੇ ਗਏ। ਇਬਰਾਹੀਮ ਵਰਗਿਆਂ ਨੇ ਉਸ ਵੇਲੇ ਪੱਟੀਆਂ ਬੰਨ੍ਹ ਲਈਆਂ ਆਪਣੀਆਂ ਅੱਖਾਂ ਦੇ ਉੱਤੇ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਕਾਰੇ ਛੱਡੇ ਸੀ। ਚਮਕੌਰ ਦੀ ਗੜ੍ਹੀ ਵਿੱਚ ਲਾਲਾਂ ਦੀਆਂ ਸ਼ਹੀਦੀਆਂ ਹੋਈਆਂ। ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦਿਆਂ ਦੀ ਅੱਜ ਦੇ ਦਿਨ ਸ਼ਹਾਦਤ ਹੁੰਦੀ, ਸਤਿਗੁਰੂ ਪਾਤਸ਼ਾਹ ਨੇ ਫਿਰ ਕਹਿ ਦਿੱਤਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਸਾਨੂੰ ਪੁੱਤਰ ਬਣਾਇਆ। ਸੋ ਅੱਜ ਦਾ ਜਿਹੜਾ ਪਾਵਨ ਪਵਿੱਤਰ ਇਹ ਦਿਹਾੜਾ ਬੜਾ ਬੈਰਾਗਮਈ ਦਿਹਾੜਾ ਹੈ। ਦੋ ਦਿਹਾੜਿਆਂ ਤੇ ਕਥਾ ਕਰਨੀ ਬੜੀ ਮੁਸ਼ਕਲ ਹੋ ਜਾਂਦੀ। ਇੱਕ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਨਹੀਂ ਬਿਆਨ ਹੁੰਦੀ, ਇੱਕ ਛੋਟਿਆਂ ਲਾਲਾਂ ਨੂੰ ਜਿਹੜੇ ਤਸੀਹੇ ਦਿੱਤੇ ਜਰਵਾਣਿਆਂ ਨੇ, ਇਹ ਕਥਾ ਵੀ ਬੜਾ ਮਨ ਕਠੋਰ ਕਰਕੇ ਕਹਿਣੀ ਪੈਂਦੀ ਹੈ। ਸਾਧ ਸੰਗਤ ਵੱਡੇ ਵੱਡੇ ਪੱਥਰ ਵੀ ਪਿਘਲ ਜਾਂਦੇ ਐਸੇ ਲਾਲਾਂ ਦਾ ਇਤਿਹਾਸ ਸੁਣ ਕਰਕੇ। ਸੋ ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲਾਲਾਂ ਨੂੰ, ਧੰਨ ਮਾਤਾ ਗੁਜਰ ਕੌਰ ਜੀ ਨੂੰ ਕੋਟ ਕੋਟ ਪ੍ਰਣਾਮ ਹੋਵੇ। ਸਮਾਂ ਬੜਾ ਸੀਮਤ ਹੈ, ਸ਼ਬਦ ਵੀ ਅਸ਼ਟਪਦੀਆਂ ਦਾ ਹੈ। ਆਓ ਸ੍ਰੀ ਮੁਖ ਵਾਕ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਅੱਜ ਅੰਮ੍ਰਿਤ ਵੇਲੇ ਬਖਸ਼ਿਆ ਹੈ, ਕੁਝ ਸਮੇਂ ਲਈ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ ਅਸ਼ਟਪਦੀਆਂ ਚਾਰ ਤੁਕੀ। ਸੋਰਠ ਰਾਗਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹਨ। ਪਹਿਲੇ ਘਰ ਤਾਲ ਦੇ ਅੰਦਰ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਅਸ਼ਟਪਦੀਆ ਇਹ ਜਿਹੜਾ ਪਾਵਨ ਪਵਿੱਤਰ ਸ਼ਬਦ ਹੈ, ਇਸ ਦੀਆਂ 8 ਪਦੀਆਂ ਜਿਹੜੀਆਂ ਪੌੜੀਆਂ ਹੋਣਗੀਆਂ। ਅਸ਼ਟਪਦੀਆਂ ਦੇ ਸਰਲੇਖ ਹੇਠ ਸਤਿਗੁਰੂ ਨੇ ਉਚਾਰਨ ਕੀਤਾ ਤੇ ਚੌ ਤੁਕੀ। ਇੱਕ ਪੌੜੀ ਦੇ ਅੰਦਰ 4 ਜਿਹੜੀਆਂ ਤੁਕਾਂ ਆਉਣਗੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ। ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਨਾਸ ਤੋਂ ਰਹਿਤ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ। ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ 12 ਸਾਲ ਉਦਾਸੀਆਂ ਕਰਨ ਤੋਂ ਬਾਅਦ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਮਾਤਾ ਪਿਤਾ ਜੀ ਦੇ ਕੋਲ ਆਏ ਨੇ, ਉੱਥੇ ਇੱਕ ਬੈਰਾਗੀਆਂ ਦੀ ਜਮਾਤ ਲੈ ਕਰਕੇ ਉਹਨਾਂ ਦਾ ਮੁਖੀ ਬੈਰਾਗੀ ਜਿਹੜਾ ਸਾਧੂ ਆਇਆ, ਇਹਨੇ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਕਿਰਪਾ ਕਰੋ, ਜਿੱਥੇ ਤੁਸੀਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦੇਸ਼ਾਂ ਦਸਾਂਤਰਾਂ ਵਿੱਚ ਦਿੰਦੇ ਹੋ ਤੇ ਲੋਕਾਂ ਨੂੰ ਕਰਮ ਕਾਂਡ ਕਰਨ ਦਾ ਵੀ ਉਪਦੇਸ਼ ਦਿਆ ਕਰੋ। ਇਹਦੇ ਸਦਕਾ ਫਿਰ ਮਨ ਦੀ ਸ਼ੁੱਧੀ ਹੁੰਦੀ ਹੈ, ਫਿਰ ਕੋਈ ਭਗਤੀ ਕਰਨ ਦੇ ਜਿਹੜਾ ਯੋਗ ਬਣਦਾ ਹੈ। ਕਰਮ ਕਾਂਡ ਕਰਨਾ ਅਤੀ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਬੈਰਾਗੀ ਦੇ ਬਚਨ ਸੁਣ ਕਰਕੇ ਜਿੱਥੇ ਉਸ ਬੈਰਾਗੀ ਨੂੰ ਉਪਦੇਸ਼ ਦਿੱਤਾ, ਉੱਥੇ ਅੱਜ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ। ਭਾਈ ਅਸੀਂ ਤੇ ਜਿਹੜੀ ਦੁਬਦਾ ਪਾਉਣ ਵਾਲੀ ਮਨ ਦੇ ਦੋ ਖਿਆਲ ਪੈਦਾ ਕਰਨ ਵਾਲੀ ਵਿਦਿਆ ਹੈ, ਐਸੀ ਦੁਬਦਾ ਪੈਦਾ ਕਰਨ ਵਾਲੀ ਵਿਦਿਆ ਵੀ ਨਹੀਂ ਪੜ੍ਹਦੇ ਹਾਂ। ਹਰੀ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ, ਨਾ ਦੇਵੀ ਨੂੰ, ਨਾ ਦੇਵਤੇ ਨੂੰ, ਨਾ ਮੜੀਆਂ ਮਸਾਣਾ ਨੂੰ, ਕਿਸੇ ਨੂੰ ਵੀ ਨਹੀਂ ਪੂਜੋ। ਪੂਜਣਾ ਕਰਦੇ ਹਾਂ। ਮੜੈ ਮਸਾਣ ਨਾ ਜਾਈ। ਮੜੈ ਦਾ ਅਰਥ ਹੁੰਦਾ ਜਿਹੜੇ ਮੱਠ ਹੁੰਦੇ ਨੇ ਜੋਗੀਆਂ ਦੇ ਬਣਾਏ ਹੋਏ, ਉਹਨਾਂ ਮੱਠਾਂ ਵਿੱਚ ਵੀ ਨਹੀਂ ਜਾ ਕੇ ਬੈਠਦੇ ਹਾਂ। ਮਸਾਣ ਹੁੰਦਾ ਜਿੱਥੇ ਸੰਸਕਾਰ ਕੀਤਾ ਜਾਂਦਾ, ਸ਼ਮਸ਼ਾਨ ਭੂਮਿਕਾ, ਉੱਥੇ ਵੀ ਕਈ ਲੋਕ ਜਾ ਕੇ ਸਿਵੇ ਜਗਾ ਲੈਂਦੇ ਨੇ।
ਇਸ ਤਰ੍ਹਾਂ ਦੇ ਕੋਈ ਕਰਮ ਵੀ ਨਹੀਂ ਕਰਦੇ ਹਾਂ। ਨਾ ਮੱਠਾਂ ਵਿੱਚ ਜਾਂਦੇ ਹਾਂ ਤੇ ਨਾ ਸ਼ਮਸ਼ਾਨ ਭੂਮਿਕਾ ਵਿੱਚ ਜਾਂਦੇ ਹਾਂ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ। ਇਹ ਜਿਹੜੀ ਤ੍ਰਿਸ਼ਨਾ ਹੈ ਬੰਦੇ ਨੂੰ ਟਿਕਣ ਨਹੀਂ ਦਿੰਦੀ, ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੀ। ਇਸ ਤ੍ਰਿਸ਼ਨਾ ਵਿੱਚ ਰਾਚ ਤਦਾਕਾਰ ਹੋ ਕੇ ਤ੍ਰਿਸ਼ਨਾ ਨਾਲ ਮਿਲ ਕਰਕੇ ਪ੍ਰਤੱਖ ਵੀ ਪਰਾਏ ਘਰਾਂ ਵਿੱਚ ਮੰਗਣ ਵਾਸਤੇ ਨਹੀਂ ਜਾਵਾਂ ਜਾਂਦੇ ਹਾਂ। ਆਪਣੇ ਅਕਾਲ ਪੁਰਖ ਦਾ ਇੱਕ ਘਰ ਛੱਡ ਕੇ ਦੇਵੀ ਦੇਵਤਿਆਂ ਦੇ ਘਰਾਂ ਵਿੱਚ ਵੀ ਨਹੀਂ ਜਾਂਦੇ ਹਾਂ। ਤ੍ਰਿਸ਼ਨਾ ਨਾਮ 부ਝਾਈ। ਜਿਹੜੀ ਇਹ ਤ੍ਰਿਸ਼ਨਾ ਬੰਦੇ ਨੂੰ ਭਟਕਾਉਣ ਵਾਲੀ, ਦਰ ਦਰ ਤੇ ਘਮਾਉਣ ਵਾਲੀ ਹੈ, ਇਹ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਖਤਮ ਹੁੰਦੀ ਹੈ। ਅਸੀਂ ਤੇ ਭਾਈ ਨਾਮ ਜਪ ਕੇ ਤ੍ਰਿਸ਼ਨਾ ਨੂੰ ਬੁਝਾ ਦਿੱਤਾ, ਖਤਮ ਕਰ ਦਿੱਤਾ ਹੈ। ਘਰ ਭੀਤਰ ਘਰ ਗੁਰੂ ਦਿਖਾਇਆ। ਜਿਹੜਾ ਸਾਡਾ ਇਹ ਘਰ ਸਰੀਰ ਹੈ, ਇਸ ਦੇ ਅੰਦਰ ਹੀ ਹਿਰਦਾ ਰੂਪ ਘਰ ਪਿਆ ਹੈ। ਹਿਰਦੇ ਰੂਪ ਘਰ ਦੇ ਵਿੱਚ ਮੇਰੇ ਪੂਰਨ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਘਰ ਜਿਹੜਾ ਹੈ ਆਪਣਾ ਸਰੂਪ ਰੂਪੀ ਘਰ ਸਾਨੂੰ ਦਿਖਾ ਦਿੱਤਾ ਹੈ। ਸਹਿਜ ਰਤੇ ਮਨ ਭਾਈ। ਜਿਸ ਵੇਲੇ ਅਕਾਲ ਪੁਰਖ ਪਰਮਾਤਮਾ ਤੇ ਗੁਰੂ ਦੀ ਜਿਹੜੀ ਦਿੱਤੀ ਹੋਈ ਸਿੱਖਿਆ ਮਨ ਵਿੱਚ ਭਾਈ ਭਾ ਗਈ, ਚੰਗੀ ਲੱਗੀ, ਤੇ ਉਸ ਵੇਲੇ ਸਹਿਜ ਦੇ ਅੰਦਰ ਰਤੇ ਰੰਗੇ ਗਏ। ਸਹਿਜ ਦਾ ਅਰਥ ਜਿਹੜੇ ਨਿਰਯਤਨ ਹੀ ਸਭ ਕੁਝ ਹੋਈ ਜਾਣਾ। ਆਤਮਕ ਅਡੋਲ ਜਿਹੜੀ ਐਸੀ ਅਵਸਥਾ ਹੈ, ਸਹਿਜ ਗਿਆਨ ਹੈ, ਉਸ ਵਿੱਚ ਰਤੇ ਰੰਗੇ ਗਏ ਹਾਂ। ਤੂੰ ਆਪੇ ਦਾਨਾ ਆਪੇ ਬੀਨਾ। ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਹੋ ਕੇ ਬੇਨਤੀ ਕਰਨੀ ਸਾਨੂੰ ਸਿਖਾਉਂਦੇ ਨੇ। ਹੇ ਪਰਮਾਤਮਾ ਜੀ, ਤੂੰ ਆਪੇ ਦਾਨਾ। ਦਾਨਾ ਜਿਹੜਾ ਦਾਨਾ ਹੁੰਦਾ, ਅੰਦਰਲੀਆਂ ਜਾਣਨ ਵਾਲਾ, ਜਿਹਨੂੰ ਅੰਤਰਜਾਮੀ ਕਹਿੰਦੇ ਨੇ। ਪਰਮਾਤਮਾ ਜੀ, ਤੁਸੀਂ ਆਪ ਹੀ ਦਾਨਾ ਅੰਦਰਲੀਆਂ ਜਾਣਦੇ ਹੋ। ਆਪੇ ਬੀਨਾ ਤੇ ਦ੍ਰਿਸ਼ਟਾ ਰੂਪ ਹੋ ਕਰਕੇ ਬਾਹਰਲੀਆਂ ਜਿੰਨੀਆਂ ਵੀ ਵਿਚਾਰਾਂ, ਇਹਨਾਂ ਨੂੰ ਜਾਣਨ ਵਾਲੇ ਹੋ। ਤੂੰ ਦੇ ਵਹਿ ਮਤ ਸਾਈ। ਜਿਹੜੀ ਤੁਸੀਂ ਮਤ ਸਾਨੂੰ ਸਿੱਖਿਆ ਦੇਣੀ ਕਰਦੇ ਹੋ, ਤਾਂ ਹੀ ਫਿਰ ਆਤਮ ਵਿਸ਼ੈਣੀ ਮਤ ਬੁੱਧੀ ਪ੍ਰਾਪਤ ਹੁੰਦੀ ਹੈ। ਤੂੰ ਦੇਵਹਿ ਮਤ ਸਾਈ। ਜਿਹੋ ਜੀ ਮਤ ਤੁਸਾਂ ਨੇ ਜੀਵਾਂ ਨੂੰ ਬਖਸ਼ਣਾ ਕੀਤੀ, ਉਹੋ ਜੀ ਮਤ ਸੁਮਤ ਤੇਰਾ ਬਸ ਸੁਆਮੀ। ਹੇ ਪਰਮਾਤਮਾ, ਉਸੇ ਤਰ੍ਹਾਂ ਦੀ ਮਤ ਜੀਵ ਵਰਤਦੇ ਹਨ। ਮਨ ਬੈਰਾਗ ਰਤੋ ਬੈਰਾਗੀ। ਜਿਹੜਾ ਐਸਾ ਸਾਡਾ ਇਹ ਮਨ ਹੈ, ਇਸ ਮਨ ਨੇ ਇਸ ਤਰ੍ਹਾਂ ਬੈਰਾਗਵਾਨ ਹੋ ਕਰਕੇ ਵੈਰਾਗ ਦੇ ਵਿੱਚ ਹੀ ਰਤੋ ਆਪਣੇ ਆਪ ਨੂੰ ਰੰਗਣਾ ਕੀਤਾ ਹੈ। ਗਰੀਬ ਨਵਾਜ਼ ਸਤਿਗੁਰੂ ਇਸ ਵੈਰਾਗੀ ਦੇ ਪ੍ਰਥਾਏ ਸਿੱਖਿਆ ਦਿੰਦੇ ਨੇ ਕਿ ਜਿਸ ਦੇ ਮਨ ਨੂੰ ਵੈਰਾਗ ਆ ਕਰਕੇ ਲੱਗ ਗਿਆ, ਉਹ ਫਿਰ ਭਾਈ ਵੈਰਾਗ ਦੇ ਅੰਦਰ ਹੀ ਰਤੋ ਰੰਗਿਆ ਜਾਂਦਾ ਹੈ। ਸ਼ਬਦ ਮਨ ਬੇਦਿਆ ਮੇਰੀ ਮਾਈ। ਹੇ ਮੇਰੇ ਭਾਈ, ਹੇ ਮੇਰੇ ਭਰਾਵਾ, ਤੇ ਸ਼ਬਦ ਮਨ ਬੇਦਿਆ। ਜਿਨ੍ਹਾਂ ਗੁਰੂ ਦੇ ਪਿਆਰਿਆਂ ਦਾ ਮਨ ਗੁਰੂ ਦੇ ਸ਼ਬਦ ਉਪਦੇਸ਼ ਦੇ ਅੰਦਰ ਬੇਦਿਆ, ਬਿੰਨਿਆ ਜਾਂਦਾ, ਸ਼ਬਦ ਦੇ ਨਾਲ ਮਨ ਮਿਲ ਜਾਂਦਾ, ਉਹਨਾਂ ਦਾ ਮਨ ਪੂਰਨ ਵੈਰਾਗੀ ਬਣ ਜਾਂਦਾ ਹੈ। ਵੈਰਾਗ ਦੇ ਵਿੱਚ ਹੀ ਉਹ ਰਤੋ ਤਦਾਕਾਰ ਹੋਏ ਰਹਿੰਦੇ ਹਨ। ਅੰਤਰ ਜੋਤ ਨਿਰੰਤਰ ਬਾਣੀ। ਜਿਹੜੀ ਅੰਤਰ ਜੀਵਾਂ ਦੇ ਹਿਰਦੇ ਵਿੱਚ ਪਰਮਾਤਮਾ ਵਾਹਿਗੁਰੂ ਦੀ ਜੋਤ ਹੈ, ਜਿਹਨੂੰ ਆਤਮਾ ਕਿਹਾ ਜਾਂਦਾ, ਤੇ ਉਸ ਜੋਤ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਨਿਰੰਤਰ ਬਾਣੀ। ਜਦੋਂ ਬਾਣੀ ਦਾ ਨਿਰੰਤਰ ਇੱਕ ਰਸ ਕੋਈ ਪ੍ਰਵਾਹ ਚਲਾਉਂਦਾ ਹੈ। ਸਾਚੇ ਸਾਹਿਬ ਸਿਉ ਲਿਵ ਲਾਈ। ਇਹ ਬਾਣੀ ਪੜਨ ਦਾ ਪ੍ਰਤਾਪ ਹੈ, ਤੇ ਸੱਚੇ ਸਾਹਿਬ ਪਰਮਾਤਮਾ ਦੇ ਨਾਲ ਜੀਵ ਦੇ ਮਨ ਦੀ ਲਿਵ ਜਿਹੜੀ ਬਿਰਤੀ ਲੱਗ ਜਾਂਦੀ ਹੈ, ਤੇ ਅੰਦਰਲੀ ਜਿਹੜੀ ਜੋਤ ਉਸ ਨੂੰ ਪ੍ਰਗਟ ਹੋ ਜਾਂਦੀ ਬਾਣੀ ਦੁਆਰਾ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ। ਅਸੰਖ ਬੈਰਾਗੀ ਕਹੇ ਬੈਰਾਗ। ਗਿਣਤੀ ਤੋਂ ਰਹਿਤ ਜਿਹੜੇ ਬੈਰਾਗੀ ਮਨੁੱਖ ਹਨ, ਉਹ ਬੈਰਾਗ ਦੇ ਬਾਰੇ ਕਹਿੰਦੇ ਨੇ। ਜਾਂ ਅਸੰਖ ਤਰ੍ਹਾਂ ਦਾ, ਅਣਗਿਣਤ ਤਰ੍ਹਾਂ ਦਾ ਜਿਹੜਾ ਵੈਰਾਗ ਹੈ, ਉਸ ਦੇ ਬਾਰੇ ਬੈਰਾਗੀ ਮਨੁੱਖ ਕਹਿੰਦੇ ਹਨ। ਸੋ ਬੈਰਾਗੀ ਜੇ ਖਸਮੈ ਭਾਵੈ। ਅਸਲ ਦੇ ਵਿੱਚ ਤਾਂ ਉਹੀ ਭਾਈ ਬੈਰਾਗੀ ਹੈ, ਪੂਰਨ ਤਨ ਕਰਕੇ, ਮਨ ਕਰਕੇ, ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਮਨ ਵਿੱਚ ਭਾ ਜਾਂਦੇ ਨੇ।
ਜਿਸ ਦਾ ਵਿਰਾਗ ਧਾਰਨ ਕੀਤਾ, ਜਿਸ ਦੇ ਦੈਵੀ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ, ਉਹ ਅਸਲ ਵਿੱਚ ਪੂਰਨ ਬੈਰਾਗੀ ਕਿਹਾ ਜਾਂਦਾ ਹੈ। ਹਿਰਦੈ ਸ਼ਬਦ ਸਦਾ ਭੈ ਰਚਿਆ, ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਹਮੇਸ਼ਾ ਭੈ ਦੇ ਵਿੱਚ, ਡਰ ਦੇ ਵਿੱਚ ਹੀ ਤਦਾਕਾਰ ਰਹਿੰਦਾ ਹੈ, ਹਿਰਦੇ ਅੰਦਰ ਗੁਰੂ ਦੇ ਸ਼ਬਦ ਨੂੰ ਵਸਾ ਲੈਂਦਾ। ਗੁਰ ਕੀ ਕਾਰ ਕਮਾਵੈ, ਗੁਰੂ ਸਾਹਿਬ ਦੀ ਦੱਸੀ ਹੋਈ ਜਿਹੜੀ ਕਾਰ ਰੀਤ ਮਰਜ਼ਾਦਾ ਹੈ, ਉਹਦੀ ਕਮਾਈ ਕਰਦਾ, ਗੁਰੂ ਦੇ ਹੁਕਮ ਨੂੰ ਮੰਨਦਾ, ਉਹਦੇ ਹਿਰਦੇ ਅੰਦਰ ਸ਼ਬਦ ਉਪਦੇਸ਼ ਦਾ ਟਿਕਾ ਹੋ ਜਾਂਦਾ। ਏਕੋ ਚੇਤੈ ਮਨੁਆ ਨਾ ਡੋਲੈ, ਇੱਕੋ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨਾ ਕਰੇ ਜੀਵ, ਤੇ ਫਿਰ ਇਹਦਾ ਜਿਹੜਾ ਮਨ ਹੈ ਉਹ ਨਹੀਂ ਡੋਲਦਾ ਕਿਸੇ ਪਾਸੇ। ਧਾਵਤ ਵਰਜ ਰਹਾਵੈ, ਭਾਵਤ ਦੌੜੇ ਜਾਂਦੇ ਮਨ ਨੂੰ ਫਿਰ ਵਰਜ ਰੋਕ ਕਰਕੇ ਰਹਾਵੈ, ਰੱਖ ਲੈਂਦਾ ਗੁਰੂ ਦਾ ਪਿਆਰਾ ਜਦੋਂ ਇੱਕ ਦਾ ਸਿਮਰਨ ਕਰੇਗਾ। ਸਹਜੇ ਮਾਤਾ ਸਦਾ ਰੰਗ ਰਾਤਾ, ਜਿਹੜੇ ਇਸ ਲਈ ਸਦਾ ਪਰਮਾਤਮਾ ਵਾਹਿਗੁਰੂ ਜੀ ਦੇ ਰੰਗ ਦੇ ਵਿੱਚ ਰਾਤਾ ਰਤੇ ਰਹਿੰਦੇ ਨੇ, ਤਦਾਕਾਰ ਹੋ ਜਾਂਦੇ, ਉਹ ਸਹਿਜੇ ਦਾ ਅਰਥ ਗਿਆਨ ਵਿੱਚ ਮਾਤਾ ਮਸਤ ਰਹਿੰਦੇ ਨੇ, ਉਹਨਾਂ ਦੀ ਬਿਰਤੀ ਜਿਹੜੀ ਬ੍ਰਹਮ ਗਿਆਨ ਵਾਲੀ ਬਣ ਜਾਂਦੀ ਹੈ। ਸਾਚੇ ਕੇ ਗੁਣ ਗਾਵੈ, ਫਿਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸੱਚੇ ਗੁਣਾਂ ਨੂੰ ਉਹ ਗਾਉਂਦੇ ਹਨ। ਮਨੁਆ ਪੌਣ ਬਿੰਦ ਸੁਖ ਵਾਸੀ, ਜਿਹੜਾ ਮਨੁਆ ਸਾਡਾ ਮਨ ਹੈ, ਇਹ ਪੌਣ ਹਵਾ ਦੀ ਨਿਆਈ ਚੰਚਲ ਹੈ, ਬਿੰਦ ਸੁਖ ਵਾਸੀ। ਬਿੰਦ ਦਾ ਅਰਥ ਜੇ ਥੋੜੇ ਮਾਤਰ, ਖਿਨ ਮਾਤਰ ਵੀ ਕਿਤੇ ਟਿਕ ਜਾਵੇ ਤਾਂ ਸੁੱਖਾਂ ਦੇ ਵਿੱਚ ਵਾਸੀ ਇਹਦਾ ਵਸਣਾ ਹੋ ਜਾਂਦਾ। ਨਾਮ ਵਸੈ ਸੁਖ ਪਾਈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਮਨ ਦੇ ਵਿੱਚ ਵਸ ਗਿਆ ਹੈ ਭਾਈ, ਉਸ ਜੀਵ ਦਾ ਜਿਹੜਾ ਜੀਵਨ ਉਹ ਸੁੱਖਾਂ ਵਾਲਾ ਬਣ ਜਾਂਦਾ ਹੈ। ਜਿਹਬਾ ਨੇਤਰ ਸੋਤਰ ਸੱਚ ਰਾਤੇ, ਜਿਹੜੀ ਜਿਹਵਾ ਜਵਾਨ ਹੈ, ਨੇਤਰ ਅੱਖਾਂ ਨੇ, ਸੋਤਰ ਸਾਡੇ ਕੰਨ ਹਨ, ਸੱਚੇ ਪਰਮਾਤਮਾ ਵਿੱਚ ਰਾਤੇ ਤਦਾਕਾਰ ਹੋ ਜਾਂਦੇ। ਜਲ ਬੂਜੀ ਤੁਝੈ ਬੁਝਾਈ, ਉਹਨਾਂ ਦੀ ਜਿਹੜੀ ਜਲਨ ਹੈ ਅੰਦਰ ਵਿਸ਼ਿਆਂ ਵਿਕਾਰਾਂ ਦੀ ਬੂਝੀ ਬੁਝ ਜਾਂਦੀ ਹੈ, ਉਹਨਾਂ ਦੀ ਜਲਨ ਬੁਝਦੀ ਹੈ। ਤੁਝ ਹੈ ਬੁਝਾਈ, ਜਿਨ੍ਹਾਂ ਦੀ ਸਤਿਗੁਰੂ ਤੁਸੀਂ ਆਪ ਬੁਝਾ ਦਿੰਦੇ ਹੋ। ਆਸ ਨਿਰਾਸ ਰਹਿ ਬੈਰਾਗੀ, ਜਿਹੜਾ ਐਸਾ ਬੈਰਾਗੀ ਮਨੁੱਖ ਹੈ, ਸਾਰੇ ਤਰ੍ਹਾਂ ਦੀਆਂ ਆਸਾਂ ਤੋਂ ਨਿਰਾਸ਼ ਹੋ ਕਰਕੇ ਰਹਿਣਾ ਕਰੇ। ਨਿਜ ਕਰ ਤਾੜੀ ਲਾਈ, ਉਹ ਫਿਰ ਆਪਣੇ ਨਿੱਜੀ ਘਰ ਸਰੂਪ ਰੂਪੀ ਘਰ ਦੇ ਅੰਦਰ ਤਾੜੀ ਸਮਾਧੀ ਲਾ ਲੈਂਦਾ ਹੈ। ਭਿਖਿਆ ਨਾਮ ਰਜੇ ਸੰਤੋਖੀ, ਜਿਹੜੇ ਗੁਰੂ ਦੇ ਪਿਆਰੇ ਹਨ ਸਾਧ ਸੰਗਤ ਜੀ, ਉਹ ਤਾਂ ਨਾਮ ਦੀ ਭਿਖਿਆ ਪ੍ਰਾਪਤ ਕਰਕੇ ਰੱਜੇ ਰੱਜ ਜਾਂਦੇ, ਮਨ ਨੂੰ ਸੰਤੋਖ ਆ ਜਾਂਦਾ। ਅੰਮ੍ਰਿਤ ਸਹਿਜ ਪਿਆਈ, ਉਹਨਾਂ ਨੂੰ ਪ੍ਰਮਾਤਮਾ ਨੇ, ਗੁਰੂ ਨੇ ਸਹਿਜੇ ਹੀ ਜਿਹੜਾ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ ਨਾਮ ਉਹ ਪਿਆਈ ਪਿਲਾਉਣਾ ਕੀਤਾ ਹੈ। ਦੁਬਿਧਾ ਵਿੱਚ ਬੈਰਾਗ ਨਾ ਹੋਵੀ, ਜਿੰਨੀ ਦੇਰ ਮਨ ਦੇ ਦੋ ਸੁਭਾਅ ਬਣੇ ਨੇ, ਦੁਬਿਧਾ ਬਣੀ, ਓਨੀ ਦੇਰ ਮਨ ਵਿੱਚ ਕਦੇ ਵਿਰਾਗ ਪੈਦਾ ਨਹੀਂ ਹੋ ਸਕਦਾ। ਜਬ ਲਗ ਦੂਜੀ ਰਾਈ, ਜਦੋਂ ਤੱਕ ਜੀਵ ਦੇ ਮਨ ਅੰਦਰ ਦੂਜੀ ਜਿਹੜੀ ਦਵੈਤ ਹੈ, ਰਾਈ ਮਾਤਰ ਥੋੜੀ ਜਿੰਨੀ ਵੀ ਵਸਦੀ ਹੋਵੇ। ਸਭ ਜਗ ਤੇਰਾ ਤੂੰ ਏਕੋ ਦਾਤਾ, ਸਾਰਾ ਜਿੰਨਾ ਵੀ ਜਗਤ ਹੈ ਪਰਮਾਤਮਾ ਤੇਰਾ ਪੈਦਾ ਕੀਤਾ, ਤੂੰ ਸਾਰਿਆਂ ਜੀਵਾਂ ਦਾ ਸ਼੍ਰੋਮਣੀ ਦਾਤਾ ਹੈ। ਆਵਰ ਨ ਦੂਜਾ ਭਾਈ, ਇਹ ਭਾਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾ ਅਵਰ ਹੋਰ ਸਥਾਨ ਵਿੱਚ ਦੂਜਾ ਕੋਈ ਨਹੀਂ ਹੈ। ਮਨ ਮੁਖ ਜੰਤ ਦੁਖ ਸਦਾ ਨਿਵਾਸੀ, ਜਿਹੜੇ ਮਨ ਨੂੰ ਮੁਖ ਰੱਖ ਕੇ ਚੱਲਣ ਵਾਲੇ ਮਨਮੁਖ ਜੀਵ ਨੇ, ਉਹਨਾਂ ਦਾ ਸਦਾ ਦੁੱਖਾਂ ਦੇ ਵਿੱਚ ਹੀ ਨਿਵਾਸ ਹੁੰਦਾ, ਟਿਕਣਾ ਹੁੰਦਾ। ਗੁਰਮੁਖ ਦੇ ਵਡਿਆਈ, ਗੁਰਮੁਖਾਂ ਨੂੰ ਪਰਮਾਤਮਾ ਬ੍ਰਹਮ ਗਿਆਨੀ ਹੋਣ ਦੀ ਨਾਮ ਦੀ ਵਡਿਆਈ ਦੇ ਦਿੰਦਾ ਹੈ। ਅਪਰੇ ਅਪਾਰ ਅਗੰਮ ਅਗੋਚਰ, ਪਰਮਾਤਮਾ ਅਪਰ ਪਰੇ ਤੋਂ ਪਰੇ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਅਗੰਮ ਜਿਹੜਾ ਹੈ ਇਸ ਪ੍ਰਕਾਰ ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਕਹਿਣੈ ਕੀਮ ਨਾ ਪਾਈ, ਜਿਸ ਦੀ ਕਹਿਣ ਕਰਕੇ, ਬੋਲਣ ਕਰਕੇ ਜ਼ਬਾਨ ਦੇ ਨਾਲ
ਕੋਈ ਕੀਮਤ ਨਹੀਂ ਬਿਆਨ ਕਰ ਸਕਦਾ। ਸੁਨ ਸਮਾਦ ਮਹਾ ਪਰਮਾਰਥ, ਜਿਹੜੀ ਐਸੀ ਸੁਨ ਫੁਰ ਦੇ ਅੰਦਰ ਜਾ ਕਰਕੇ ਸਮਾਧੀ ਲੱਗ ਜਾਣੀ, ਮਹਾ ਪਰਮਾਰਥ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਸਾਰਿਆਂ ਤੋਂ ਹੀ ਵੱਡਾ ਮਹਾਨ ਜਿਹੜਾ ਸਿਧਾਂਤ ਰੂਪ ਹੈ। ਤੀਨ ਭਵਨ ਪਤ ਨਾਮ, ਉਸ ਪਰਮਾਤਮਾ ਦਾ ਨਾਮ ਤਿੰਨਾਂ ਭਵਨਾਂ ਦਾ, ਤਿੰਨਾਂ ਲੋਕਾਂ ਦਾ ਪਤੀ ਕਿਹਾ ਜਾਂਦਾ। ਮਸਤਕ ਲੇਖ ਜੀਆ ਜਗ ਜੋਨੀ, ਜਿੰਨੇ ਵੀ ਜੀ ਪੈਦਾ ਕੀਤੇ ਸੰਸਾਰ ਦੇ ਅੰਦਰ, ਇਹਨਾਂ ਦੇ ਮਸਤਕ ਮੱਥੇ ਦੇ ਲੇਖ ਲਿਖੇ ਉਸ ਤਰ੍ਹਾਂ ਦੇ ਭੋਗੀ ਜਾਂਦੇ ਹਨ। ਸਿਰ ਸਿਰ ਲੇਖ ਸੁਹਾਮੰ, ਜਿਵੇਂ ਜਿਵੇਂ ਲੇਖ ਲਿਖੇ ਪਰਮਾਤਮਾ ਨੇ ਉਸੇ ਤਰ੍ਹਾਂ ਮੱਥੇ ਦੇ ਉੱਤੇ ਸੁਹਾਮੰਗ ਸਹਾਰਦੇ ਹਨ ਜੀਵ। ਕਰਮ ਸੁਕਰਮ ਕਰਾਏ ਆਪੇ, ਚੰਗੇ ਤੇ ਮੰਦੇ, ਸ਼ੁਭ ਤੇ ਅਸ਼ੁਭ ਜਿਤਨੇ ਵੀ ਕਰਮ ਹਨ ਪਰਮਾਤਮਾ ਵਾਹਿਗੁਰੂ ਕਰਵਾਉਂਦਾ, ਬੰਦੇ ਦੀ ਬਾਸ਼ਨਾ ਪ੍ਰੇਰ ਕੇ ਕਰਵਾਉਂਦੀ ਹੈ। ਆਪੇ ਭਗਤ ਦ੍ਰਿੜਾਮੰ, ਆਪਣੇ ਪਿਆਰੇ ਗੁਰਸਿੱਖਾਂ ਨੂੰ ਆਪ ਹੀ ਭਗਤੀ ਦ੍ਰਿੜ ਕਰਵਾ ਦਿੰਦਾ। ਮਨ ਮੁਖ ਝੂਠ ਲਹੈ ਪੈਮਾਨੰ, ਜਿਹੜੀ ਮਨ ਨੂੰ ਝੂਠ ਲੱਗੀ ਹੋਈ ਅਵਿਦਿਆ ਦੀ, ਮੁਖ ਮੂੰਹ ਨੂੰ ਝੂਠ ਲੱਗੀ ਝੂਠ ਬੋਲਣ ਦੀ, ਇਹ ਲਹਿ ਲੈ ਜਾਂਦੀ ਹੈ ਜੇ ਕੋਈ ਪਰਮਾਤਮਾ ਦਾ ਭੈ ਡਰ ਮਾਨੰ ਮੰਨਣਾ ਕਰੇ। ਆਪੇ ਗਿਆਨ ਅਗਾਮੰ, ਆਪ ਹੀ ਪਰਮੇਸ਼ਰ ਵਾਹਿਗੁਰੂ ਅਗਾਮੰਗ ਦਾ ਅਰਥ ਮਨ ਦੀ ਗਮਤਾ ਤੋਂ ਪਰੇ ਗਿਆਨ ਸਰੂਪ ਹੈ। ਜਿਨ ਚਾਖਿਆ ਸੇਈ ਸਾਧ ਜਾਣਨ, ਜਿਨ੍ਹਾਂ ਨੇ ਐਸੇ ਨਾਮ ਰਸ ਨੂੰ ਚਾਖਿਆ ਧਾਰਨ ਕੀਤਾ, ਉਹੀ ਇਹਦੇ ਸਵਾਦ ਨੂੰ ਜਾਣਦੇ ਹਨ। ਜਿਉ ਗੁੰਗੇ ਕੀ ਮਠਿਆਈ, ਜਿਸ ਤਰ੍ਹਾਂ ਗੂੰਗਾ ਬੰਦਾ ਮਠਿਆਈ ਖਾ ਲਵੇ ਤੇ ਚਿਹਰੇ ਤੋਂ ਹੀ ਪਤਾ ਲੱਗਦਾ ਉਸ ਦੇ। ਅਕਥੈ ਕਾ ਕਿਆ ਕਥੀਐ ਭਾਈ, ਜਿਹੜਾ ਸ਼ਕਤੀ ਬਿਰਤੀ ਨਾਲ ਕਥਨ ਨਹੀਂ ਕੀਤਾ ਜਾ ਸਕਦਾ, ਐਸੇ ਪਰਮਾਤਮਾ ਦਾ ਕੀ ਕਥਨ ਕਰੀਏ ਸ਼ਕਤੀ ਬਿਰਤੀ ਨਾਲ। ਚਾਲੋ ਸਦਾ ਰਜਾਈ, ਇਹ ਭਾਈ ਪਰਮਾਤਮਾ ਦੀ ਸਦਾ ਰਜਾ ਵਿੱਚ, ਉਹਦੇ ਹੁਕਮ ਦੇ ਵਿੱਚ ਹੀ ਚਾਲੋ ਚੱਲਣਾ ਕਰੀਏ। ਗੁਰ ਦਾਤਾ ਮੇਲੇ ਤਾਂ ਮਤ ਹੋਵੇ, ਜਦੋਂ ਪੂਰਨ ਜੈਸੇ ਗੁਰੂ ਦਾਤੇ ਮੇਲੇ ਮੇਲ ਲੈਂਦੇ ਆਪਣੇ ਨਾਲ, ਤਾਂ ਫਿਰ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੁੰਦੀ ਹੈ। ਨਿਗੁਰੇ ਮਤ ਨਾ ਕਾਈ, ਨਿਗੁਰੇ ਬੰਦੇ ਨੂੰ ਕਾਈ ਉੱਕਾ ਮਾਤਰ ਹੀ ਕੋਈ ਜਿਹੜੀ ਮਤ ਬੁੱਧ ਨਹੀਂ ਪ੍ਰਾਪਤ ਹੋਇਆ ਕਰਦੀ। ਜਿਉ ਚਲਾਏ ਤਿਉ ਚਾਲਹਿ ਭਾਈ, ਜਿਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਚਲਾਏ ਚਲਾਉਂਦਾ ਹੈ, ਹੇ ਭਾਈ ਗੁਰਸਿੱਖੋ ਤਿਸ ਤਰ੍ਹਾਂ ਹੀ ਚੱਲਣਾ ਚਾਹੀਦਾ। ਹੋਰ ਕਿਆ ਕੋ ਕਰੇ ਚਤੁਰਾਈ, ਬੰਦਾ ਹੋਰ ਅਨੇਕਾਂ ਤਰ੍ਹਾਂ ਦੀਆਂ ਕਿਹੜੀਆਂ ਚਤੁਰਾਈਆਂ ਕਰਨੀਆਂ ਕਰੇ, ਕੋਈ ਚਤੁਰਾਈ ਨਹੀਂ ਚੱਲਦੀ ਪਰਮਾਤਮਾ ਨਾਲ। ਇਕ ਪਰਮ ਭੁਲਾਏ ਇਕ ਭਗਤੀ ਰਾਤੇ, ਇੱਕ ਪਰਮਾਤਮਾ ਨੇ ਭਰਮ ਦੇ ਵਿੱਚ ਭੁਲਾ ਛੱਡੇ ਨੇ, ਇੱਕਨਾਂ ਨੂੰ ਭਗਤੀ ਵਿੱਚ ਰਾਤੇ ਰੰਗਿਆ ਪਿਆ। ਤੇਰਾ ਖੇਲ ਅਪਾਰਾ, ਤੇਰਾ ਜਿਹੜਾ ਖੇਲ ਕੌਤਕ ਹੈ ਅਪਾਰਾ ਪਾਰਾਵਾਰ ਤੋਂ ਰਹਿਤ ਹੈ ਪਰਮਾਤਮਾ ਜੀ। ਜਿਤ ਤੁਧ ਲਾਏ ਤੇਹਾ ਫਲ ਪਾਇਆ, ਜਿਸ ਤਰ੍ਹਾਂ ਤੁਸੀਂ ਜਿਹੜੇ ਜੀਵਾਂ ਨੂੰ ਜਿਹੜੇ ਪਾਸੇ ਲਾਇਆ ਹੋਇਆ ਉਸੇ ਤਰ੍ਹਾਂ ਦਾ ਉਹ ਫਲ ਪ੍ਰਾਪਤ ਕਰਦੇ ਹਨ। ਤੂੰ ਹੁਕਮ ਚਲਾਵਣ ਹਾਰਾ, ਤੁਸੀਂ ਤੇ ਆਪਣਾ ਹੁਕਮ ਚਲਾਉਣ ਵਾਲੇ, ਹੁਕਮ ਦੇ ਚਲਾਏ ਸਾਰੇ ਜੀਵ ਤੁਰੇ ਫਿਰਦੇ ਹਨ। ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਅਸੀਂ ਤਾਂ ਤੇਰੀ ਸੇਵਾ ਕਰੀਏ ਜੇ ਸਾਡਾ ਕੁਝ ਆਪਣਾ ਹੋਵੇ। ਜੀਉ ਪਿੰਡ ਤੁਮਾਰਾ, ਜੀਉ ਸੂਖਮ ਸਰੀਰ ਪਿੰਡ ਸਥੂਲ ਸਰੀਰ, ਇਹ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ। ਸਤਿਗੁਰ ਮਿਲਿਆ ਕਿਰਪਾ ਕੀਨੀ, ਜਦੋਂ ਪੂਰੇ ਸਤਿਗੁਰੂ ਮਿਲ ਜਾਂਦੇ ਤੇ ਐਸੀ ਕਿਰਪਾ ਕੀਨੀ ਕਰ ਦਿੰਦੇ ਹਨ। ਅੰਮ੍ਰਿਤ ਨਾਮ ਆਧਾਰਾ, ਜਿਹੜਾ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ ਨਾਮ ਹੈ ਪਰਮਾਤਮਾ ਦਾ, ਉਹ ਜ਼ਿੰਦਗੀ ਦਾ ਆਧਾਰਾ ਆਸਰਾ ਬਣ ਜਾਂਦਾ। ਗਗਨ ਅੰਤਰ ਵਾਸਿਆ ਗੁਣ ਪਰਗਾਸਿਆ, ਜਿਹੜਾ ਸਾਰੇ ਆਕਾਸ਼ਾਂ ਦੇ ਅੰਦਰ ਵਸਿਆ ਹੋਇਆ ਪਰਮਾਤਮਾ, ਉਹਦੇ ਗੁਣਾਂ ਨੂੰ ਪ੍ਰਗਾਸਿਆ ਕਹੀਏ, ਉਚਾਰਨਾ ਕਰੀਏ। ਗੁਣ ਮਹਿ ਗਿਆਨ ਧਿਆਨ, ਪਰਮਾਤਮਾ ਦੇ ਗੁਣਾਂ ਨੂੰ ਗਾਉਣ ਦੇ ਵਿੱਚ ਹੀ ਸਾਰੇ ਤਰ੍ਹਾਂ ਦਾ ਗਿਆਨ ਤੇ ਸਾਰੇ ਧਿਆਨ ਆ ਜਾਂਦੇ ਹਨ। ਨਾਮ ਮਨ ਭਾਵੈ ਕਹੈ ਕਹਾਵੈ, ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਮਨ ਵਿੱਚ ਭਾਵੈ, ਭਾਉਂਦਾ ਹੈ, ਚੰਗਾ ਲੱਗਦਾ, ਤੇ ਇਸ ਲਈ ਗੁਰਮੁਖ ਆਪ ਵੀ ਕਹੈ ਕਹਿੰਦੇ ਜਪਦੇ ਨੇ
ਤੇ ਦੂਜਿਆਂ ਤੋਂ ਕਹਾਵੇ ਜਪਾਉਂਦੇ ਹਨ। ਤਤੋ ਤਤ ਵਖਾਨ ਕੇਵਲ ਤੇ ਕੇਵਲ ਇੱਕ ਜਿਹੜਾ ਸਿਧਾਂਤ ਰੂਪ ਪਰਮਾਤਮਾ ਦਾ ਨਾਮ ਉਹਦਾ ਹੀ ਵਖਿਆਨ ਕਰਦੇ ਹਨ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਜਿਹੜੇ ਗੁਰੂ ਪੀਰ ਦਾ ਐਸਾ ਸ਼ਬਦ ਹੈ ਉਹ ਗਹਿਰ ਨਿਰਹਲ ਹੈ, ਗੰਭੀਰ ਡੂੰਘੇ ਤੋਂ ਡੂੰਘਾ ਗਿਆਨ ਦੇਣ ਵਾਲਾ। ਬਿਨ ਸ਼ਬਦ ਜਗ ਬਉਰਾਨ ਸ਼ਬਦ ਦੀ ਪ੍ਰਾਪਤੀ ਕੀਤੇ ਤੋਂ ਬਿਨਾ, ਗੁਰੂ ਵਾਲਾ ਬਣੇ ਤੋਂ ਬਿਨਾ ਸਾਰਾ ਜਗਤ ਹੀ ਬੌਰਾਨਾ ਝੱਲਾ ਹੋਇਆ ਫਿਰਦਾ। ਪੂਰਾ ਬੈਰਾਗੀ ਸਹਿਜ ਸੁਭਾਗੀ ਅਸਲ ਦੇ ਵਿੱਚ ਉਹ ਪੂਰਾ ਵੈਰਾਗੀ ਹੈ, ਗੁਰੂ ਦਾ ਪਿਆਰਾ, ਸਹਿਜ ਗਿਆਨ ਅਵਸਥਾ ਦੇ ਵਿੱਚ ਟਿਕਿਆ ਸ੍ਰੇਸ਼ਟ ਭਾਗਾਂ ਵਾਲਾ ਹੈ। ਸਚ ਨਾਨਕ ਮਨ ਮਾਨੰ ਜਿਸ ਦਾ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਮਾਨ ਜਿਹੜਾ ਮਨ ਹੈ ਉਹ ਮਾਨੰ ਮੰਨ ਗਿਆ ਹੈ। ਜਿਸ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਉਹ ਐਸਾ ਪੂਰਾ ਵੈਰਾਗੀ ਹੈ ਤੇ ਸ੍ਰੇਸ਼ਟ ਭਾਗਾਂ ਵਾਲਾ ਗੁਰੂ ਦਾ ਪਿਆਰਾ ਗੁਰਸਿੱਖ ਕਿਹਾ ਜਾਂਦਾ ਹੈ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੁਆਰਾ ਸਤਿਗੁਰੂ ਜੀ ਨੇ ਬਖਸ਼ੇ ਹਨ। ਕਿਰਪਾ ਕਰਨ ਸਤਿਗੁਰੂ ਪਾਤਸ਼ਾਹ ਸਾਡੇ ਸਭਨਾਂ ਦੇ ਮਨਾਂ ਤਨਾਂ ਅੰਦਰ ਇਹ ਸੁੰਦਰ ਉਪਦੇਸ਼ ਸਮਾ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ ਜੀ। ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬਉਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।